रेडियो लोहगढ़ ते आप सब का स्वागत है। मैं गुरपाल सिंह ते मेरे नाल ने वीर गुरिंदर सिंह शादीपुर। साडे दोहां वल्लों वाहिगुरू जी का खालसा वाहिगुरू जी की फतेह। अज 30 मई है ते 23 मई नूं उत्थे दरबार साहब दे विच 1984 नूं करफ्यू लाता गया ही, घेरा पाता गया सीगा ते ਜਿਹੜੀ ਇਹ ਬਿਆਨ ਬਾਅਦ ਵਿੱਚੋਂ ਆਏ ਵੀ ਉਹਦੇ ਵਿੱਚ ਇਹ ਕਿਹਾ ਦੱਸਿਆ ਜਾਂਦਾ ਵੀ ਕਰਫਿਊ 'ਤੇ ਲੱਗਣ ਤੋਂ ਬਾਅਦ ਵੀ ਕਿਉਂਕਿ ਉਦੋਂ ਪੰਜਵੇਂ ਪਾਤਸ਼ਾਹ ਦਾ ਸ਼ਹੀਦੀ ਦਿਹਾੜਾ ਵੀ ਆ ਰਿਹਾ ਸੀ ਅਤੇ ਸਰਕਾਰ ਨੇ ਉਦੋਂ ਕੁਛ ਦਿਨ ਪਹਿਲਾਂ ਕਰਫਿਊ ਖੋਲ੍ਹ ਦਿੱਤਾ, ਸੰਗਤ ਨੂੰ ਅੰਦਰ ਜਾਣ ਦਿੱਤਾ ਅਤੇ ਬਾਅਦ ਵਿੱਚੋਂ ਕਰਫਿਊ ਫੇਰ ਲਾ ਦਿੱਤਾ। ਸੋ ਉਹ ਜਿਹੜਾ ਵਰਤਾਰਾ ਆ ਵੀ ਉਹਦੇ ਕਰਕੇ ਵੀ ਜਿਹੜੀਆਂ ਸ਼ਹੀਦੀਆਂ ਹੋਈਆਂ 84 ਦੇ ਵਿੱਚ ਉਹਦੇ ਵਿੱਚ ਸੰਗਤ ਜਿਹੜੀ ਆਮ ਆ ਵੀ ਉਹਨੂੰ ਇੱਦਾਂ ਵੀ ਜਿੱਦਾਂ ਨਾ ਜਾਲ ਦੇ ਵਿੱਚ ਫਸਾ ਕੇ ਅਤੇ ਫੇਰ ਸ਼ਹੀਦ ਕੀਤਾ ਗਿਆ। ਅਤੇ ਉਹ ਹੁਣ ਹੌਲੀ ਹੌਲੀ ਤੱਥ ਜਿਹੜੇ ਆ ਵੀ ਉਹ ਸਾਰੇ ਨਿਕਲ ਰਹੇ ਨੇ ਅਤੇ ਅਸੀਂ ਸਾਰਿਆਂ ਦਾ ਸਾਡਾ ਫਰਜ਼ ਬਣਦਾ ਵੀ ਜਦੋਂ ਵੀ ਇੱਕ ਤਾਂ ਕਦੀ ਭੁੱਲੀਏ ਨਾ, ਪਰ ਜਦੋਂ ਸਾਲ ਆਵੇ, ਇਹ ਸਮਾਂ ਆਵੇ ਅਤੇ ਫਿਰ ਤਾਂ ਦੁਬਾਰਾ ਆਪਣੇ ਆਪ ਨੂੰ ਉਹ ਜਿਹੜਾ ਸਾਰਾ ਵਰਤਾਰਾ ਆ ਵੀ ਉਹਦੇ ਬਾਰੇ ਅਸੀਂ ਆਪਣੇ ਆਪ ਨੂੰ ਚੇਤੇ ਕਰਾਈਏ ਅਤੇ ਜਿਹੜੀਆਂ ਸਾਡੀਆਂ ਅਗਲੀਆਂ ਜਨਰੇਸ਼ਨ ਆ ਵੀ ਉਹਨਾਂ ਨੂੰ ਵੀ ਯਾਦ ਕਰਾਈਏ ਵੀ ਕੀ ਹੋਇਆ ਸੀਗਾ, ਕਿਹੜੀਆਂ ਬੇਈਮਾਨੀਆਂ ਕੀਤੀਆਂ ਗਈਆਂ ਅਤੇ ਕਿਹੜੀਆਂ ਸ਼ਹੀਦੀਆਂ ਜਿਹੜੀਆਂ ਵੀ ਉਹ ਪਈਆਂ ਅਤੇ ਕਿਸ ਹਿਸਾਬ ਦੇ ਨਾਲ ਜਿਹੜੀ ਸਾਡੀ ਕੌਮ ਆ ਵੀ ਉਹਨੇ ਕਿਹੜਾ ਕਹਿਰ ਜਿਹੜਾ ਆ ਵੀ ਉਹ ਸਹਾਰਿਆ। ਅਤੇ ਇਹ ਜਿਹੜਾ ਸਾਡਾ ਪ੍ਰੋਗਰਾਮ ਆ ਇਹ ਸਾਕਾ 84 ਨੂੰ ਸਮਰਪਿਤ ਆ ਅਤੇ ਅਗਲੇ ਮਹੀਨੇ ਤੱਕ ਜਿਹੜੇ ਆ ਵੀ ਗੁਰਦੁਆਰਿਆਂ ਦੇ ਸਮਾਗਮ ਵੀ ਜਿਹੜੇ ਆ ਵੀ ਉਹ ਵੀ 84 ਦੇ ਸਾਕੇ ਨੂੰ ਅਤੇ ਜਿਹੜੇ ਸ਼ਹੀਦ ਪਰਿਵਾਰ ਨੇ ਵੀ ਉਹਨਾਂ ਨੂੰ ਸਮਰਪਿਤ ਹੋਣੇ ਆ। ਅਤੇ ਆਪਾਂ ਜਿਹੜੇ ਉਹਦੇ ਵੱਖ-ਵੱਖ ਪੱਖ ਹੈਗੇ ਨੇ ਅਤੇ ਪਲੱਸ ਜੋ ਅੱਜ ਕੱਲ੍ਹ ਵਰਤਾਰਾ ਚੱਲ ਰਿਹਾ ਹੈ ਉਹਨਾਂ ਸਾਰਿਆਂ ਦੀ ਆਪਾਂ ਜਿਹੜੀ ਆ ਵੀ ਉਹ ਪੜਚੋਲ ਕਰਦੇ ਹਾਂ। ਹਾਂਜੀ ਬਿਲਕੁਲ ਜੀ। 1984 ਜਿਹੜਾ ਕਿ ਸਾਡੇ ਬਹੁਤਿਆਂ ਦੇ ਸਾਡੇ ਬਚਪਨ ਦੇ ਵਿੱਚ ਬੀਤੇ ਆ ਅਤੇ ਬਹੁਤਿਆਂ ਦੀ ਜਵਾਨੀ ਦੇ ਵਿੱਚ ਬੀਤੇ ਆ, ਜਾਣੀ ਸਾਡੇ ਸਾਰਿਆਂ ਦੇ ਸਾਹਮਣੇ 36 ਵਰ੍ਹੇ ਪਹਿਲਾਂ ਅਸੀਂ ਜੋ ਸੰਤਾਪ ਹੰਢਾਇਆ 84 ਦਾ ਵਿੱਚ, ਚਾਹੇ ਉਹ ਜਿਹਨੂੰ ਇਹ ਸਰਕਾਰੀ ਉਹ ਬਲੂ ਸਟਾਰ ਕਹਿੰਦੇ ਆ ਅਤੇ ਅਸੀਂ ਘੱਲੂਘਾਰਾ ਕਹਿੰਦੇ ਹਾਂ, ਅਤੇ ਚਾਹੇ ਜਿਹੜੇ ਇਹਨਾਂ ਨੂੰ ਜਿਹਨੂੰ ਇਹ ਦੰਗੇ ਕਹਿੰਦੇ ਆ ਅਤੇ ਅਸੀਂ ਸਿੱਖ ਕਤਲੇਆਮ ਕਹਿੰਦੇ ਆ, ਇਹ ਦੋਨੇ ਜਿਹੜੇ ਵਰਤਾਰੇ ਆ ਇਹ 84 ਦੇ ਵਿੱਚ ਵਾਪਰੇ ਆ ਅਤੇ ਜਿਹਦੇ ਅਸੀਂ ਇੱਕ ਕਿਸਮ ਦੇ ਵਿਟਨੈਸ ਆ, ਜਿਹੜੇ ਜਿਉਂਦੇ ਜਾਗਦੇ ਜਿਨ੍ਹਾਂ ਦੀ ਲਾਈਫ ਦੇ ਵਿੱਚ ਇਹ ਹੋਇਆ। ਹੁਣ ਇਹਦੇ ਕਈ ਪਹਿਲੂ ਨੇ। ਇੱਕ ਤਾਂ ਉਹ ਹੈ ਕਿ ਇੱਕ ਪਾਸੇ ਆਪਾਂ ਜਾਣਦੇ ਕਿ ਇਤਿਹਾਸ ਦੀ ਜਿਹੜੀ ਮਹੱਤਤਾ ਸਾਡੇ ਲਈ ਕੀ ਹੁੰਦੀ ਹੈ। ਜਦੋਂ 18ਵੀਂ ਸਦੀ ਦਾ ਇਤਿਹਾਸ ਜਾਂ ਪੁਰਾਣਾ, ਉਹਦੇ ਬਾਰੇ ਆਪਾਂ ਮੁਗਲਾਂ ਦੇ ਸਮੇਂ ਦਾ ਪੜ੍ਹਦੇ ਹਾਂ ਕਿ ਕਿਸ ਤਰੀਕੇ ਦਾ ਸਾਡੇ 'ਤੇ ਜੁੜੇ ਕਹਿਰ ਉਹਨਾਂ ਵੱਲੋਂ ਵਰਤਾਏ ਗਏ ਆ। ਕਈ ਵਾਰੀ ਤਾਂ ਬੰਦੇ ਜਿਹੜੇ ਅੱਜ ਦੇ ਜਨਰੇਸ਼ਨ ਸੋਚਦੇ ਵੀ ਸ਼ਾਇਦ ਇੱਦਾਂ ਹੋਇਆ ਹੋਊਗਾ ਜਾਂ ਨਹੀਂ ਹੋਇਆ ਹੋਊਗਾ, ਅਤੇ ਜਿਹੜਾ ਦੁਸ਼ਮਣ ਆ ਉਹ ਕਈ ਤਰ੍ਹਾਂ ਦੇ ਜਿਹੜੇ ਭਰਮ ਭੁਲੇਖੇ ਵੀ ਖੜੇ ਕਰਦਾ। ਪਰ ਇਹ ਜਿਹੜਾ ਸਾਰਾ ਸਾਕਾ ਇਹ ਸਾਡੇ ਸਾਹਮਣੇ ਵਾਪਰਿਆ ਅਤੇ ਜਿਵੇਂ ਤੁਸੀਂ ਗੱਲ ਕੀਤੀ ਹੈ ਕਿ ਇਹਨੂੰ ਹਰ ਵਰ੍ਹੇ ਮਨਾਉਣਾ ਜਾਂ ਪੁਰਾਣੇ ਸਾਕੇ, ਪੁਰਾਣੇ ਸ਼ਹੀਦੀ ਦਿਹਾੜੇ ਇਤਿਹਾਸ ਦੇ ਮਨਾਉਣੇ, ਉਹਦਾ ਇੱਕੋ ਇੱਕ ਮਕਸਦ ਹੁੰਦਾ ਕਿ ਕੌਮ ਨੂੰ ਪਤਾ ਲੱਗ ਸਕੇ, ਸਾਡੀ ਆਉਣ ਵਾਲੀ ਪਨੀਰੀ ਨੂੰ, ਸਾਡੀ ਆਉਣ ਵਾਲੀ ਜਨਰੇਸ਼ਨ ਨੂੰ ਪਤਾ ਲੱਗ ਸਕੇ ਕਿ ਸਾਡੀ ਕੌਮ ਇੱਥੋਂ ਤੱਕ ਪਹੁੰਚੀ ਆ ਤਾਂ ਕਿੱਥੋਂ ਸ਼ੁਰੂ ਹੋ ਕੇ ਕਿਹੜੀਆਂ ਔਕੜਾਂ ਦੇ ਵਿੱਚੋਂ, ਕਿਹੜੀਆਂ ਮੁਸ਼ਕਲਾਤਾਂ ਦੇ ਵਿੱਚੋਂ ਹੁੰਦੇ ਹੋਏ ਸਾਡੇ ਬਜ਼ੁਰਗ ਜਿਹੜੇ ਆ ਉਹ ਇੱਥੇ ਤੱਕ ਅਸੀਂ ਜਿਹੜੀ ਸਿੱਖੀ ਦਾ ਜਿਹੜਾ ਮਾਰਗ ਹੈ ਉਹਨੂੰ ਇੱਥੇ ਤੱਕ ਪਹੁੰਚਾ ਸਕੇ ਹਾਂ। ਜਾਂ ਤੁਸੀਂ ਕਹਿ ਸਕਦੇ ਹਾਂ ਜਿਹੜੀ ਸਾਡੇ ਤੱਕ ਅੱਜ ਅਸੀਂ ਜੇ ਆਪਣੇ ਆਪ ਨੂੰ ਫਖਰ ਮਹਿਸੂਸ ਕਰਦੇ ਹਾਂ ਸਿੱਖ ਕਹਾਉਣ 'ਚ, ਉਹ ਇੰਨੀਆਂ ਔਕੜਾਈਆਂ ਦੇ ਵਿੱਚੋਂ ਲੰਘ ਕੇ ਅੱਜ ਦੇ ਸਮੇਂ ਦਾ ਜਿਹੜਾ ਸਫ਼ਰ ਜਿਹੜਾ ਉਹ ਸਿੱਖੀ ਨੇ ਤੈਅ ਕੀਤਾ। ਤਾਂ ਉਹਦੇ ਵਿੱਚ ਵੀ ਜਿਹੜੀਆਂ ਗੱਲਾਂ ਵਿਚਾਰਨ ਵਾਲੀਆਂ ਕਿ ਉਹਨਾਂ ਨੇ ਭਾਵੇਂ ਕਿੰਨੀਆਂ ਵੀ ਔਕੜਾਂ ਆਈਆਂ ਪਰ ਉਹ ਹਮੇਸ਼ਾ ਸਿੱਖੀ ਦੇ ਝੰਡਾ ਬਰਦਾਰ ਬਣੇ ਰਹੇ ਆ, ਜਿਹੜੀ ਕਿ ਸਾਡੇ ਅੱਜ ਦੇ ਵਿੱਚ ਗਿਰਾਵਟ ਆ ਗਈ ਆ। ਇਤਿਹਾਸ ਨੂੰ ਦੇਖਣਾ ਅਸੀਂ ਇਹੀ ਹੁੰਦਾ ਕਿ ਕਿਸ ਤਰੀਕੇ ਦੇ ਨਾਲ ਜਿਹੜਾ ਦੁਸ਼ਮਣ ਉਹ ਕਰਦਾ ਅਤੇ ਅਸੀਂ ਕਿਸ ਤਰੀਕੇ ਨਾਲ ਕਿਹੜੀਆਂ ਗਲਤੀਆਂ ਵੀ ਕੀਤੀਆਂ, ਕਿੱਥੇ ਕਿੱਥੇ ਅਸੀਂ ਆਪਣੀ ਹੋਂਦ ਨੂੰ ਬਚਾਉਣ ਖਾਤਰ ਆਪਣਾ ਸਾਰਾ ਕੁਛ ਦਾਅ ਦੇ ਉੱਤੇ ਲਾ ਕੇ ਕੌਮ ਦੇ ਉੱਤੋਂ, ਪੰਥ ਦੇ ਉੱਤੋਂ ਨਿਸ਼ਾਵਰ ਵੀ ਸਾਡੇ ਜਿਹੜੇ ਬਜ਼ੁਰਗਾਂ ਨੇ ਕੀਤਾ, ਚਾਹੇ ਗੁਰੂ ਸਾਹਿਬਾਨ ਸੀ ਚਾਹੇ ਸਿੱਖ ਸੀ। ਕਈ ਵਾਰੀ ਐਸਾ ਵੀ ਸਮਾਂ ਆਇਆ ਵੀ ਜਦੋਂ ਹੁਕਮਰਾਨਾਂ ਵੱਲੋਂ ਐਲਾਨ ਕਰ ਦਿੱਤਾ ਗਿਆ ਕਿ ਸਿੱਖ ਬਚਿਆ ਹੀ ਕੋਈ ਨਹੀਂ, ਅਤੇ ਉਦੋਂ ਵੀ ਸੁੱਖਾ ਸਿੰਘ, ਮਹਿਤਾਬ ਸਿੰਘ ਵਰਗੇ ਸਾਹਮਣੇ ਆ ਕੇ ਸਿਰਫ ਇਹ ਆਪਣੀ ਹੋਂਦ ਦਰਸਾਉਣ ਖਾਤਰ ਇਹ ਸ਼ਹਾਦਤਾਂ ਪਾਉਂਦੇ ਰਹੀਆਂ। ਕੋਈ ਇਹਨੂੰ ਮੂਰਖਮਤੀ ਕਹੇ, ਕੋਈ ਇਹਨੂੰ ਜੋ ਮਰਜ਼ੀ ਨਾ ਦੇਵੇ, ਪਰ ਜਿਹੜਾ ਸਿੱਖੀ ਦਾ ਕਹਿੰਦੇ ਹੁੰਦਾ ਵੀ ਸ਼ਮਾਂ ਦੇ ਉੱਤੇ ਨੱਚਣ ਦਾ ਜਿਹੜਾ ਸੀਗਾ ਉਹ ਕਿਸੇ ਬਿਰਲੇ ਦੇ ਹਿੱਸੇ ਆਉਂਦਾ। ਅਸੀਂ ਸਾਰੇ ਭਾਵੇਂ ਗੱਲਾਂ ਕਰਦੇ ਹੋ ਸਾਡੇ 'ਚ ਲੱਖ ਕਮਜ਼ੋਰੀਆਂ ਹੋਣਗੀਆਂ, ਪਰ ਜਿਨ੍ਹਾਂ ਦੇ ਉੱਤੇ ਗੁਰੂ ਨੂੰ ਪ੍ਰਣਾਏ ਸੀ, ਜਿਨ੍ਹਾਂ ਨੂੰ ਵਾਕਈ ਗੁਰੂ ਨੇ ਜਿਨ੍ਹਾਂ ਦਾ ਜੀਵਨ ਬਦਲਿਆ ਸੀ, ਠੀਕ ਹੈ ਜੀ, ਉਹ ਗੁਰੂ ਦੇ ਜਿਹੜੇ ਉਸ ਸ਼ਮਾਂ ਦੇ ਉੱਤੇ ਦੀਵਾਨੇ ਵਾਂਗ ਜਿਹੜੇ ਆ ਕੇ ਨੱਚੇ ਅਤੇ ਜਿਨ੍ਹਾਂ ਨੇ ਆ ਕੇ ਹੈ ਨਾ, ਹੁਣ ਇੱਥੇ ਦਿਮਾਗ ਨਹੀਂ ਕੰਮ ਕਰਦਾ। ਜਿਹੜੇ ਬੰਦੇ ਹੁਣ ਕਹਿ ਦਿੰਦੇ ਨੇ ਵੀ ਦਿਮਾਗ ਦੀ ਗੱਲ ਹੈ, ਉੱਥੇ ਜਿਹੜਾ ਦੂਜਾ ਪਾਸਾ ਹੈ ਵੀ ਜਿਨ੍ਹਾਂ ਦੇ ਉੱਤੇ ਸੀਗੀ ਸਿਰਫ ਉਹਨਾਂ ਨੂੰ ਇਹੀ ਸੀਗਾ ਸੀ ਆਪਣੀ ਹੋਂਦ ਦਰਸਾਉਣੀ ਆ, ਉਹਦਾ ਹੋਣੀ ਤਾਂ ਉਹਨਾਂ ਨੂੰ ਪਤਾ ਸੀ, ਜਜ਼ਬਾ ਜਿਹੜਾ ਉਹ ਕੰਮ ਜਿਹੜਾ ਜਜ਼ਬਾ ਸੀ ਗੁਰੂ ਨੇ ਹੁਣ ਜੇ ਆਪਾਂ ਗੱਲ ਕਰੀਏ ਵੀ 99 ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਜਾਂ ਗੁਰੂ ਨਾਨਕ ਪਾਤਸ਼ਾਹ ਨੇ ਉਸ ਸਮੇਂ ਦੇ ਵਿੱਚ ਸਾਰੇ ਧਰਮ ਸੀਗੇ, ਸਭ ਕੁਝ ਸੀ। ਜੋ ਜਜ਼ਬਾ ਗੁਰੂ ਪਾਤਸ਼ਾਹ ਨੇ ਆ ਕੇ
ਹਨਾ। ਹੁਣ ਕੋਈ ਭਗਤੀ ਲਹਿਰ ਕਹਿੰਦਾ ਸੀ, ਕੋਈ ਕੁਛ ਕਹਿੰਦਾ ਸੀ, ਤੇ ਜਮੀਰੀ ਤੇ ਪੀਰੀ ਵਾਲਾ ਵੀ ਜਿਹੜੀ ਗੱਲ ਹੈ, ਤੇ ਜਿਹੜਾ ਜਜ਼ਬਾ ਗੁਰੂ ਨੇ ਸਿੱਖ ਦੇ ਵਿੱਚ ਭਰਿਆ ਸੀ ਉਹ ਜਜ਼ਬਾ ਕੰਮ ਕਰਦਾ ਸੀ ਹਰੇਕ ਜਗ੍ਹਾ। ਠੀਕ ਹੈ ਜੀ। ਤੇ ਉਸ ਜਜ਼ਬੇ ਦੇ ਉੱਤੇ ਪਹਿਰਾ ਦਿੰਦੇ ਆ, ਜਿਹੜਾ ਆਪਣੇ ਇਤਿਹਾਸ ਦੇ ਵਿੱਚ ਜਦੋਂ ਆਪਾਂ ਝਾਤ ਮਾਰਦੇ ਆ, ਠੀਕ ਹੈ, ਕਿੰਨੇ ਸਾਕੇ ਆਪਾਂ ਨੂੰ ਜਿਹੜੇ ਮਿਲ ਜਾਂਦੇ ਆ, ਤੇ ਉਹਨਾਂ ਨੂੰ ਲੈ ਕੇ ਜਿਹੜਾ ਸਿੱਖ ਹੈ ਉਹ ਸਿਰ ਵੀ ਉੱਚਾ ਕਰਦਾ ਤੇ ਮਾਣ ਵੀ ਕਰਦਾ ਕਿ ਅਸੀਂ ਆਪਣਾ ਅਕੀਦਾ ਨਹੀਂ ਛੱਡਿਆ, ਤੇ ਜ਼ੁਲਮ ਜਿਹੜਾ ਜ਼ਾਲਮ ਦਾ ਜ਼ੁਲਮ ਹੈ ਉਹਨੂੰ ਆਪਣੇ ਪਿੰਡੇ ਦੇ ਉੱਤੇ ਹੰਢਾ ਕੇ ਆਪਣੇ ਜਿਹੜੇ ਸਰੀਰ ਤੱਕ ਜਿਹੜੇ ਉਹ ਨਿਸ਼ਾਵਰ ਕਰ ਦਿੱਤੇ, ਪਰ ਅਸੀਂ ਆਪਣਾ ਅਕੀਦਾ ਤੇ ਉੱਤੇ ਪਿੱਛੇ ਨਹੀਂ ਹਟੇ। ਹੁਣ ਕਹਿਣੇ ਤਾਂ ਬੜੀ ਛੋਟੀ ਗੱਲ ਹੈ ਨਾ, ਵੀ ਹੁਣ ਜੇ ਸਾਹਿਬਜ਼ਾਦੇ ਵੀ ਉਦਾਂ ਕਰਦੇ ਜਿੱਦਾਂ ਦੇ ਕਈ ਬੁੱਧੀਮਾਨ ਬੰਦੇ ਲੱਗ ਜਾਂਦੇ ਨਾ ਕਰਨ, ਤੇ ਹੁਣ ਉਹਦੇ ਪਾਸੇ ਹੁਣ ਇਹ ਜੇ ਆਪਾਂ ਮੁੜ ਕੇ ਫਿਰ ਸਾਕੇ ਇਹਦੇ ਤੇ ਆਉਂਦੇ ਆ, ਤਾਂ ਹੁਣ ਉੱਥੇ ਲੱਖ ਚਾਹੇ ਮੈਂ ਸਮਝਦਾ ਊਣਤਾਈਆਂ ਰਣਨੀਤਿਕ ਪੱਖ ਤੋਂ ਰਹੀਆਂ ਹੋਣ, ਲੱਖ ਊਣਤਾਈਆਂ ਰਹੀਆਂ ਹੋਣ, ਪਰ ਉਹਦੇ ਵਿੱਚੋਂ ਸਰਕਾਰ ਦੀ ਬੇਈਮਾਨੀ ਕਿਸੇ ਵੀ ਤਰੀਕੇ ਨਾਲ ਮਰਫੀ ਨਹੀਂ ਕਰੀ ਜਾ ਸਕਦੀ ਕਿ ਕਿਸ ਤਰੀਕੇ ਦੇ ਨਾਲ ਸਰਕਾਰ ਨੇ ਸਿੱਖਾਂ ਨੂੰ ਸਬਕ ਸਿਖਾਉਣ ਖਾਤਰ ਉਹਨਾਂ ਨੂੰ ਜਿਹੜਾ ਇਹ ਸਾਰੇ ਇੱਕ ਇਕੱਲਾ ਦਰਬਾਰ ਸਾਹਿਬ ਅੰਮ੍ਰਿਤਸਰ ਨਹੀਂ ਤੇ ਹੋਰ ਸਾਰੇ ਇਤਿਹਾਸਕ ਗੁਰਦੁਆਰਿਆਂ ਦੇ ਉੱਤੇ ਇਸ ਤਰੀਕੇ ਦੇ ਨਾਲ ਹਮਲੇ ਕਰਕੇ, ਬੇਅਦਬੀ ਕਰਕੇ, ਮਤਲਬ ਕਿ ਸਾਨੂੰ ਇੱਕ ਕਿਸਮ ਦਾ ਸਬਕ ਸਿਖਾਉਣ ਦੀ ਨੀਤੀ ਦੇ ਨਾਲ ਜੋ ਜ਼ੁਲਮ ਹੈ ਉਹ ਸਾਡੇ ਸਾਹਮਣੇ ਢਾਇਆ, ਤੇ ਸਿਰਫ ਸਾਡੀਆਂ ਮੰਗਾਂ ਸੀ ਕਿ ਸਾਨੂੰ ਬਰਾਬਰ ਦੇ ਸ਼ਹਿਰੀ ਬਣ ਕੇ ਜੋ ਵਾਅਦੇ ਤੁਸੀਂ 47 ਤੋਂ ਪਹਿਲਾਂ ਸਾਡੇ ਨਾਲ ਕੀਤੇ ਸੀ, ਤੇ ਬੇਸਿਕ ਕਾਰਨ ਤਾਂ ਉਹ ਆ। ਠੀਕ ਹੈ ਜੀ। ਬਾਕੀ ਹੋਰ ਛੋਟੇ ਮੋਟੇ ਕਾਰਨ ਬੜੇ ਜੁੜਦੇ ਜਾਂਦੇ ਆ। ਤਾਂ ਗੁਰੂ ਪੰਚਮ ਪਾਤਸ਼ਾਹ ਦੀ ਸ਼ਹਾਦਤ ਹੈ, ਉਹ ਵੀ ਉਹਦਾ ਵੀ ਜਿਹੜਾ ਜ਼ਿਕਰ ਹੁਣ ਉਹਦੇ ਬਾਰੇ ਵੀ ਕਈ ਆਪੋ ਆਪਣੇ ਦੱਸਦੇ, ਕੋਈ ਕਹਿੰਦਾ ਇਹ ਰੀਜ਼ਨ ਸੀ, ਕੋਈ ਕਹਿੰਦਾ ਰਿਸ਼ਤੇ ਦਾ ਰੀਜ਼ਨ ਸੀ, ਕੋਈ ਉਹ ਰੀਜ਼ਨ ਸੀ, ਪਰ ਜਿਹੜੇ ਅਸਲ ਰੀਜ਼ਨ ਸਨ ਹਨਾ ਉਹ ਵੀ ਜਿਹੜੇ ਆ ਉਹ ਕਿਤੇ ਨਾ ਕਿਤੇ ਪਹਿਲਾਂ ਅਵੇਸਲੇ ਹੋਏ, ਪਰ ਹੁਣ ਸਾਹਮਣੇ ਆ ਰਹੇ ਕਿ ਅਸਲੀ ਰੀਜ਼ਨ ਉਹਦੇ ਵੀ ਕੀ ਸੀ। ਠੀਕ ਹੈ ਜੀ। ਸੋ ਇਸੇ ਤਰੀਕੇ ਦੇ ਨਾਲ ਇਹ ਹੈ ਕਿ ਲੱਖ ਊਣਤਾਈਆਂ ਦੇ ਬਾਵਜੂਦ ਵੀ, ਠੀਕ ਹੈ, ਜਿਹੜਾ ਜਜ਼ਬਾ ਕੌਮ ਦੇ ਵਿੱਚ ਭਰਿਆ ਸੀ, ਜਿਹੜੀ ਕੌਮ ਦੇ ਵਿੱਚ ਇੱਕ ਲਹਿਰ ਪੈਦਾ ਹੋ ਰਹੀ ਸੀ, ਉਹ ਭਿੰਡਰਾਂ ਵਾਲਿਆਂ ਤੋਂ ਪਹਿਲਾਂ ਵੀ ਸ਼ੁਰੂ ਹੋਈ ਸੀ ਪੰਜਾਬ ਦੀਆਂ ਮੰਗਾਂ ਨੂੰ ਲੈ ਕੇ। ਠੀਕ ਹੈ ਜੀ। ਉਹਨੂੰ ਕਿਸ ਤਰੀਕੇ ਦੇ ਨਾਲ ਉਹ ਬਾਕੀ ਸਾਰੇ ਸਰਕਾਰ ਦੇ ਹੱਥ ਕੰਡੇ ਆ ਵੀ ਉਹ ਕਿਸ ਤਰੀਕੇ ਦੇ ਨਾਲ ਵਰਤਦੀ ਆ, ਅੱਜ ਵੀ ਵਰਤ ਰਹੀ ਆ। ਅੱਜ ਕਿ ਕਿਤੇ ਸਰਕਾਰ ਬੈਠੀ ਥੋੜ੍ਹਾ ਅਵੇਸਲੀ ਹੋ ਕੇ, ਅੱਜ ਦੇ ਸਮੇਂ ਦੇ ਵਿੱਚ ਵੀ ਉਹ ਆਪਣੇ ਜਿਹੜੇ ਆ ਆਪਣੇ ਹੱਥ ਕੰਡਿਆਂ ਦੇ ਨਾਲ ਸਿੱਖਾਂ ਨੂੰ ਖੱਜਲ ਕਰਨ ਦੇ ਉੱਤੇ ਲੱਗੇ ਆ, ਤੇ ਉਦੋਂ ਵੀ ਲੱਗੇ ਸੀ। ਜਿਸ ਤਰੀਕੇ ਦਾ ਸਮਾਂ ਬਣਦਾ ਉਸ ਤਰੀਕੇ ਨਾਲ ਜਿਹੜੀ ਸਰਕਾਰ ਹੈ, ਜਾਂ ਆਪਾਂ ਜਿਹੜਾ ਪੇਪਰ ਕਹਿੰਦੇ ਆ ਵੀ ਉਹ ਕਦੇ ਵੀ ਚੁੱਪ ਕਰਕੇ ਨਹੀਂ ਬੈਠਾ ਜਿਹਨੂੰ ਖਤਰਾ ਹੁੰਦਾ। ਸੋ ਹਾਂਜੀ ਬਿਲਕੁਲ ਜੀ, ਕਿਉਂਕਿ ਇਹਦੇ ਵਿੱਚ ਨੁਕਤੇ ਬਹੁਤ ਨੇ ਵਿਚਾਰਨੇ ਵਾਲੇ ਵੀ, ਜਿਹੜੀ ਤੁਸੀਂ ਗੱਲ ਕੀਤੀ ਆ ਵੀ ਜਿਵੇਂ ਸਰਕਾਰ ਦਾ ਟੀਚਾ ਜਿਹੜਾ ਆ ਵੀ ਉਹ ਕੌਮ ਦੀ ਜਿਹੜੀ ਛਵੀ ਆ ਉਹ ਖਰਾਬ ਕਰਨੇ ਦਾ ਸੀਗਾ। ਉਹਦਾ ਉੱਥੋਂ ਪਤਾ ਲੱਗ ਜਾਂਦਾ ਵੀ ਪਹਿਲਾਂ ਜੂਨ 84 ਵਰਤਿਆ ਆ ਜੀ, ਜਿਹੜਾ ਨਵੰਬਰ 84 ਆ ਉਹਦੀ ਪਲੈਨਿੰਗ ਉਹ ਤੋਂ ਵੀ ਪਹਿਲਾਂ ਦੀ ਚੱਲਦੀ ਹੋਣੀ ਆ, ਕਿਉਂਕਿ ਜੇ ਹਿਸਾਬ ਦੇ ਨਾਲ ਉਹ ਵਰਤਾਇਆ ਗਿਆ ਜੀ, ਉਹ ਸਾਰੇ ਨੂੰ ਜਦੋਂ ਤੁਸੀਂ ਜੋੜ ਕੇ ਵੇਖਦੇ ਆ ਹਾਂਜੀ, ਤੇ ਇੱਕ ਬੜੇ ਸਿਸਟਮੈਟਿਕਲੀ ਨਾ ਉਹਨਾਂ ਨੇ ਵੀ ਜਿਹੜੀ ਸਿੱਖ ਦੀ ਛਵੀ ਸੀਗੀ, ਭਾਵੇਂ ਉਹ ਉਦੋਂ ਬੰਬਈ ਦੀਆਂ ਫਿਲਮਾਂ ਦੇ ਵਿੱਚ ਆਉਂਦੀ ਸੀ ਵੀ ਜਿੱਥੇ ਵੀ ਇਹ ਕੋਈ ਅਵਲਾ ਜਿਹੜੀ ਆ ਵੀ ਉਹ ਦੁੱਖ ਦੇ ਵਿੱਚ ਆ ਜਾਂ ਉਹਦੇ ਮਗਰ ਗੁੰਡੇ ਲੱਗੇ ਆ, ਤੇ ਇੱਕ ਨਿਹੰਗ ਸਿੰਘ ਆਉਂਦਾ ਆ ਤੇ ਉਹ ਆ ਕੇ ਤੇ ਇਕੱਲਾ ਹੀ ਜਿਹੜਾ ਆ ਵੀ ਉਹ ਦੁਸ਼ਮਣਾਂ ਦੀਆਂ ਜਿਹੜੀਆਂ ਗੁੰਡਿਆਂ ਦੀਆਂ ਵਹੀਰਾਂ ਆ ਵੀ ਉਹਨਾਂ ਨੂੰ ਭਜਾ ਦਿੰਦਾ, ਉਹ ਅਵਲਾ ਦੀ ਜਾਨ ਬਚਾਉਂਦਾ ਆ ਜੀ। ਤੇ ਉਹੋ ਜਿਹੀ ਜਿਹੜੀ ਇਮੇਜ ਸੀਗੀ, ਪਲੱਸ ਜਿਹੜੇ ਆਪਣੇ ਟਰੱਕ ਡਰਾਈਵਰ ਸੀਗੇ, ਹੋਰ ਜਿਹੜੇ ਅਫਸਰਸ਼ਾਹੀ ਸੀ, ਸਿੱਖ ਜਿਹੜੇ ਵੀ ਹੈਦਰਾਬਾਦ ਵਾਲੇ ਪਾਸੇ ਤੇ ਹੋਰ ਇਲਾਕਿਆਂ ਦੇ ਵਿੱਚ ਡਿਊਟੀਆਂ ਕਰ ਰਹੇ ਸੀ ਜੀ, ਉਹਨਾਂ ਨੂੰ ਸਰਦਾਰ ਜੀ ਕਹਿ ਕੇ ਤੇ ਸੰਬੋਧਨ ਕੀਤਾ ਜਾਂਦਾ ਹੈ ਜੀ। ਹੁਣ 84 ਤੋਂ ਬਾਅਦ ਤੁਸੀਂ ਵੇਖੋ ਭਈ ਜੂਨ ਤੇ ਨਵੰਬਰ, ਉਹ ਤੋਂ ਬਾਅਦ ਅਚਾਨਕ ਹੀ ਵੀ ਜਿਹੜਾ ਆ ਵੀ ਇੱਦਾਂ ਕਰ ਦਿੱਤਾ ਗਿਆ ਵੀ ਹੁਣ ਤੁਹਾਡੇ ਕੋਲੇ ਲਾਇਸੈਂਸ ਆ, ਵੀ ਜਿਹੜਾ ਗੈਰ ਸਿੱਖ ਆ ਵੀ ਉਹਨੂੰ ਇੱਕ ਲਾਇਸੈਂਸ ਜਾਰੀ ਕਰ ਦਿੱਤਾ ਗਿਆ ਵੀ ਹੁਣ ਜਿੱਥੇ ਸਿੱਖ ਦੇਖੋ ਵੀ ਨਾਲੇ ਉਹਦੀ ਭਾਵੇਂ ਬੇਇੱਜ਼ਤੀ ਕਰੋ, ਭਾਵੇਂ ਉਹਨੂੰ ਕੁੱਟੋ ਮਾਰੋ, ਵੀ ਇੱਕ ਤਰ੍ਹਾਂ ਨਾਲ ਕਹਿ ਲਓ ਵੀ ਗੁੰਡਿਆਂ ਦੀਆਂ ਬ੍ਰਿਗੇਡਾਂ ਬਣਾ ਕੇ ਜੀ, ਵੀ ਮੌਬ ਜਿਹੜੇ ਆ ਵੀ ਦੰਗਈ ਬਣ ਕੇ ਤੇ ਉਹਨਾਂ ਦੇ ਪਰਿਵਾਰ ਜਿਹੜੇ ਵੀ ਉਹਨਾਂ ਨੂੰ ਟਾਰਗੇਟ ਕਰੋ, ਤੇ ਇੱਕੋ ਪੂਰੇ ਭਾਰਤ ਦੇ ਵਿੱਚੋਂ ਵੀ ਉਹਨਾਂ ਦਾ ਜਿਹੜਾ ਹੈਗਾ ਆ ਸਿੱਖ ਦਾ ਆਮ ਸ਼ਹਿਰੀ ਵਾਂਗ ਵਿਚਰਨਾ ਜਿਹੜਾ ਆ ਵੀ ਉਹ ਔਖਾ ਕਰ ਦਿੱਤਾ ਗਿਆ ਜੀ। ਇੱਕ ਮਧੂਸੂਦਨ ਸਿੰਘ ਕਰਕੇ ਸੀਗਾ, ਮੇਰਾ ਖਿਆਲ ਰਾਜਸਥਾਨ ਤੋਂ ਸੀ, ਪਤਾ ਨਹੀਂ ਵੀ ਉਹ ਅਸਲ ਨਾਮ ਥੱਲੇ ਉਹਨੇ ਲਿਖਿਆ ਕਿ ਇਹ ਕਿਸੇ ਨੇ ਜਾਲੀ ਨਾਮ ਥੱਲੇ ਕਿਤਾਬ ਲਿਖੀ, ਉਹਨੇ ਕਿਤਾਬ ਪੂਰੀ ਲਿਖੀ ਜੀ 84 ਤੋਂ ਬਾਅਦ ਜੀ, ਵੀ ਹੁਣ ਸਿੱਖਾਂ ਨੂੰ ਕੀ ਕਰਨਾ ਚਾਹੀਦਾ, ਤੇ ਉਹਦੇ ਵਿੱਚ ਉਹਨੇ ਥਿਊਰੀ ਇਹ ਦਿੱਤੀ ਵੀ ਸਾਨੂੰ ਨਾ ਪੂਰੇ ਭਾਰਤ ਦੇ ਵਿੱਚੋਂ ਸਿੱਖ ਜਿੱਥੇ ਜਿੱਥੇ ਵੀ ਰਹਿ ਰਹੇ ਆ ਉਹਨਾਂ ਨੂੰ ਸਾਰੀਆਂ ਥਾਵਾਂ ਤੋਂ ਛੱਡ ਕੇ ਤੇ ਪੰਜਾਬ ਦੇ ਵਿੱਚ ਆ ਜਾਣਾ ਚਾਹੀਦਾ। ਹੁਣ ਜਿਹੜੀਆਂ ਉਹ ਥਿਊਰੀਆਂ ਦੇ ਰਿਹਾ, ਜੋ ਉਹ ਤਰਕ ਦੇ ਰਿਹਾ ਆ, ਜੇ ਤੁਸੀਂ ਓਪਰੀ ਨਜ਼ਰ ਨਾਲ ਵੇਖੋ ਤੇ ਲੱਗਦਾ ਆ ਵੀ ਹਾਂ ਬਈ ਵੀ ਇਹ ਠੀਕ ਕਹਿ ਰਿਹਾ ਵੀ ਆਪਾਂ ਪੰਜਾਬ ਦੇ ਵਿੱਚ ਇਕੱਠੇ ਹੋ ਕੇ ਤੇ ਫਿਰ ਐਨ ਪੂਰੀ ਜਿਹੜੀ ਆ ਮੁਹਾਜ਼ ਛੇੜ ਦਈਏ ਭਾਰਤੀ ਸਰਕਾਰ ਦੇ ਖਿਲਾਫ। ਪਰ ਜਦੋਂ ਤੁਸੀਂ 84 ਤੋਂ ਬਾਅਦ ਫਿਰ ਜੋ ਕੁਛ ਹੋਇਆ ਆ, ਜਦੋਂ ਉਹਨੂੰ ਵੇਖਦੇ ਆ ਖਾਸ ਤੌਰ ਤੇ ਵੀ ਜਿਹੜਾ ਟਾਡਾ ਆ ਤੇ ਹੋਰ ਜਿਹੜੇ ਕਾਨੂੰਨ ਖਾਸ ਜਿਹੜਾ ਇੱਕ ਬਲਕਿ ਜਿਹੜਾ NSA ਸੀਗਾ, ਉਹਦੀਆਂ ਧਾਰਾਵਾਂ ਜਿਹੜੀਆਂ ਸੀਗੀਆਂ ਕੁਛ ਉਹ ਸਿਰਫ ਪੰਜਾਬ ਲਈ ਹੀ ਪਾਸ ਕੀਤੀਆਂ ਗਈਆਂ ਜੀ। ਸੋ ਉਹ ਇੱਦਾਂ ਜਾਪਦਾ ਵੀ ਜਿਹੜਾ ਦੁਸ਼ਮਣ ਆ ਵੀ ਇਹ ਉਹਦਾ ਹੀ ਹੱਥ ਕੰਡਾ ਸੀਗਾ ਵੀ ਸਿੱਖਾਂ ਦੇ ਦਿਮਾਗ ਦੇ ਵਿੱਚ ਇਹ ਪਾ ਦਿਓ
ਵੀ ਕਿਉਂਕਿ ਇਨ ਫੈਕਟ ਇਹ ਕਿਸੇ ਹੱਦ ਤੱਕ ਹੋਇਆ ਵੀ ਆ ਵੀ ਜਦੋਂ ਉਹਨਾਂ ਨੇ ਸਿੱਖਾਂ ਨੂੰ ਟਾਰਗੇਟ ਕੀਤਾ ਦਿੱਲੀ ਦੇ ਵਿੱਚ ਹੋਰ ਥਾਵਾਂ ਦੇ ਉੱਤੇ ਕਿੰਨੇ ਪਰਿਵਾਰ ਆ ਵੀ ਜਿਹੜੇ ਉੱਥੋਂ ਉੱਜੜ ਕੇ ਪੰਜਾਬ ਦੇ ਵਿੱਚ ਆ ਕੇ ਵਸੇ ਆ ਜੀ। ਸੋ ਉਹ ਵੀ ਇੱਕ ਤਰ੍ਹਾਂ ਨਾਲ ਥਿਊਰੀ ਜਿਹੜੀ ਆ ਵੀ ਉਹ ਕੰਮ ਕਰਦੀ ਆ ਵੀ ਸਰਕਾਰ ਜਿਹੜੀ ਆ ਵੀ ਉਹਦਾ ਮਨਸ਼ਾ ਇਹ ਸੀਗਾ ਭਈ ਇਹਨਾਂ ਸਾਰਿਆਂ ਨੂੰ ਪੂਰੇ ਇਧਰੋਂ ਹਿੰਦੁਸਤਾਨ ਦੇ ਵਿੱਚੋਂ ਜਿੱਥੇ ਜਿੱਥੇ ਵੀ ਇਹਨਾਂ ਦੇ ਪੈਰ ਹੈਗੇ ਆ ਜਿਹੜਾ ਉੱਥੋਂ ਪੁੱਟ ਕੇ ਇੱਕ ਖੂੰਜੇ ਇਕੱਠੇ ਕਰਦੀ, ਇੱਕ ਖੂੰਜੇ 'ਚ ਇਕੱਠੇ ਕਰਕੇ ਫਿਰ ਉੱਥੇ ਟਾਰਗੇਟ ਕੀਤਾ ਜਾਂਦਾ, ਉੱਥੇ ਕੁੱਟੀਏ। ਸੋ ਉੱਥੇ ਕੁੱਟੀਏ। ਸੋ ਉਹ ਸਾਰਾ ਕੁਝ ਜਿਹੜਾ ਆ ਵੀ ਉਹ ਵੀ ਇਹ ਕਹਿ ਲਓ ਵੀ ਇਹ ਪੁਰਾਣੇ ਹੱਥ ਕੰਡੇ ਆ ਵੀ ਜਿਨ੍ਹਾਂ ਨੂੰ ਸਾਨੂੰ ਆਪ ਤਿਆਰ ਹੋਣੇ ਦੀ ਲੋੜ ਆ, ਇਹੋ ਜਿਹੇ ਹੱਥ ਕੰਡਿਆਂ ਨੂੰ ਪਛਾਣ ਕੇ ਤੇ ਇਹਦਾ ਤੋੜ ਜਿਹੜਾ ਆ ਵੀ ਉਹ ਦੇਣੇ ਦੀ। ਇੱਥੇ ਮੈਨੂੰ ਇੱਕ ਦੂਜੀ ਘਟਨਾ ਵੀ ਯਾਦ ਆਈ ਹੈ ਨਾ, MS ਰੰਧਾਵਾ ਦੇ ਨਾਲ ਸੰਬੰਧਿਤ ਜਿਹੜੀ ਤੁਸੀਂ ਗੱਲ ਕਰਦੇ ਸੀਗੇ। ਹੁਣ ਤੁਸੀਂ ਦੇਖ ਲਓ ਵੀ ਦੁਸ਼ਮਣ ਦੇ ਇਰਾਦੇ ਉਦੋਂ ਹੀ ਪਤਾ ਲੱਗ ਜਾਂਦੇ ਆ ਵੀ ਜਦੋਂ 47 ਦੇ ਵੈਸੇ ਤਾਂ ਕਿੰਨੀਆਂ ਘਟਨਾਵਾਂ ਨੇ, ਜਦੋਂ ਈਵਨ ਮਾਸਟਰ ਤਾਰਾ ਸਿੰਘ ਦੀਆਂ ਪਹਿਲਾਂ ਉਹਨਾਂ ਦੇ ਨਾਲ ਜਿਹੜੀ ਲੀਡਰਸ਼ਿਪ ਮਾਸਟਰ ਤਾਰਾ ਸਿੰਘ ਦੇ ਨਾਲ ਸੀ ਕੰਮ ਕਰਦੀ ਹੈ, ਜਿਹਨੂੰ ਅਸੀਂ ਆਜ਼ਾਦੀ ਕਹਿੰਦੇ ਹਾਂ, ਆਜ਼ਾਦੀ ਦੇ ਟਾਈਮ, ਤੇ ਉਹੀ ਲੀਡਰਸ਼ਿਪ ਕਾਂਗਰਸ ਦੀ ਸੀ। ਤੇ ਪਹਿਲਾਂ ਜਿਹੜੀਆਂ ਨੈਗੋਸ਼ੀਏਸ਼ਨਾਂ ਜਿਹੜੀਆਂ ਗੱਲਾਂ ਬਾਤਾਂ ਉਹਨਾਂ ਨਾਲ ਕਰਦੇ ਸੀ ਵੀ ਕਿਸ ਤਰੀਕੇ ਨਾਲ ਉਹਨਾਂ ਨੇ ਅੱਖਾਂ ਬਦਲੀਆਂ ਰਾਤੋਂ ਰਾਤ, ਫਿਰ ਉਹੀ ਮਾਸਟਰ ਤਾਰਾ ਸਿੰਘ ਨੇ ਕਿੱਦਾਂ ਖੱਜਲ ਹੋਏ ਉਹਨਾਂ ਦੇ ਹੱਥੋਂ, ਫਿਰ ਉਹ ਜਾ ਕੇ ਕਿੱਦਾਂ ਕਹਿੰਦੇ ਰਹੇ, ਤੇ ਗਾਂਧੀ ਦੇ ਬਾਅਦ ਦੇ ਸਾਰਾ ਕੁਝ ਉਹ ਘਟਨਾਵਾਂ ਇੱਕ ਪਾਸੇ ਨੇ ਸਾਡੇ ਕੋਲ, ਤੇ ਦੂਜੇ ਪਾਸੇ ਫਿਰ ਉਹਦੇ ਬਾਅਦ ਦੇ ਵਿੱਚ ਵੀ ਜਿਹੜੇ ਸਰਕੂਲੇਸ਼ਨ ਜਾਰੀ ਕਰੇ ਜਿਵੇਂ ਸਰਦਾਰ ਕਪੂਰ ਸਿੰਘ ਨੇ ਦੱਸਿਆ, ਉਹ ਵੀ ਸਾਡੇ ਸਾਹਮਣੇ ਕਿੰਨੇ ਸਬੂਤ ਨੇ ਸਰਕਾਰ ਦੀ ਬਦਨੀਤੀ ਦੇ, ਤੇ ਸਾਨੂੰ ਉਹਨਾਂ ਦਾ ਪਹਿਲੇ ਹੀ ਪ੍ਰੀ ਪਲਾਨ ਦਾ ਹਿੱਸਾ ਸੀ, ਸ਼ਿਕਾਰ ਅਸੀਂ ਹੋਏ ਆ। ਫਿਰ ਉਹ MS ਰੰਧਾਵਾ ਦੇ ਜਿਹੜਾ ਜ਼ਿਕਰ ਸੀ ਉਹਦੇ ਗੁਰਤੇਜ ਸਿੰਘ IAS ਉਹਨਾਂ ਦੀ ਵੀਡੀਓ ਆਈ ਆ, ਹਾਂਜੀ, ਉਹਦੇ ਵਿੱਚ ਉਹ ਬਿਆਨ ਕਰਦੇ ਆ ਵੀ MS ਰੰਧਾਵਾ ਜਿਨ੍ਹਾਂ ਨੇ ਚੰਡੀਗੜ੍ਹ ਦਾ ਜਿਹੜਾ ਆ ਵੀ ਬਹੁਤ ਚੀਜ਼ਾਂ ਜਿਹੜੀਆਂ ਵੀ ਉਹ ਸਾਰੀਆਂ ਖਾਸ ਤੌਰ ਤੇ ਜਿਹੜਾ ਚੰਡੀਗੜ੍ਹ ਦਾ ਮਿਊਜ਼ੀਅਮ ਆ ਤੇ ਈਵਨ ਜਿਹੜੀ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਆ ਉਹਦੇ ਪਹਿਲੇ ਵਾਈਸ ਚਾਂਸਲਰ ਉਹ ਸੀਗੇ, ਤੇ ਹੋਰ ਬਹੁਤ ਮਤਲਬ ਵੀ ਸਿਰ ਕੱਢ ICS ਅਫਸਰ ਸੀ ਜੀ ਤੇ ਅੰਗਰੇਜ਼ਾਂ ਦੇ ਟਾਈਮ ਦਾ, ਤੇ ਉਹ ਉੱਦਾਂ ਮੋਨਾ ਸੀ। ਹਾਂਜੀ, ਤੇ ਉਹ ਕਹਿੰਦੇ ਵੀ ਇਹ ਵੀ ਉਹਨੇ ਆਪਣੀ ਆਟੋਬਾਇਓਗ੍ਰਾਫੀ ਦੇ ਵਿੱਚ ਲਿਖਿਆ ਹੈ ਜੀ MS ਰੰਧਾਵੇ ਨੇ ਵੀ ਜਦੋਂ 47 ਦੇ ਵਿੱਚ ਵੀ ਉੱਜੜ ਕੇ ਤੇ ਜਿਹੜੇ ਲੋਕ ਆ ਉਧਰੋਂ ਪਾਕਿਸਤਾਨ ਵੱਲੋਂ ਆ ਰਹੇ ਸੀ ਇੱਧਰ ਨੂੰ ਜੀ, ਤੇ ਕਹਿੰਦੇ ਵੀ ਮੈਂ ਗਿਆ ਨਹਿਰੂ ਕੋਲੇ ਤੇ ਉਹਨੂੰ ਕਿਹਾ ਵੀ ਜਿਹੜੀ ਦਿੱਲੀ ਦੇ ਆਲੇ ਦੁਆਲੇ ਖਾਲੀ ਜਗ੍ਹਾ ਪਈ ਆ ਸਾਰੀ ਵੀ ਇਹਨੂੰ ਆਬਾਦ ਕਰਨ ਲਈ ਵੀ ਆਪਾਂ ਵੀ ਰਾਖਵੀਂ ਕਰ ਦਈਏ ਵੀ ਜਿਹੜੇ ਉਧਰੋਂ ਉੱਜੜ ਕੇ ਆ ਰਹੇ ਆ ਵੀ ਉਹ ਇੱਥੇ ਆ ਕੇ ਵਸ ਜਾਣ। ਤੇ ਇਹਨੂੰ ਨਹਿਰੂ ਨੂੰ ਪਤਾ ਨਹੀਂ ਸੀ ਵੀ ਇਹ ਵੀ ਰੰਧਾਵਾ ਸਿੱਖ ਆ, ਕਿਉਂਕਿ ਮੋਨਾ ਹੀ ਉੱਦਾਂ, ਤੇ ਇਹ ਕਹਿੰਦਾ ਵੀ ਇਹ ਵੀ ਨਾ ਕਹਿੰਦਾ ਵੀ ਇਹ ਨਹਿਰੂ ਕਹਿੰਦਾ ਉਹਨੂੰ MS ਰੰਧਾਵੇ ਨੂੰ ਵੀ ਇਹ ਤਾਂ ਕ੍ਰਿਮੀਨਲ ਲੋਕ ਨੇ, ਇਹਨਾਂ ਨੂੰ ਦਿੱਲੀ ਤੋਂ ਜਿੰਨੀ ਦੂਰ ਰੱਖਿਆ ਜਾ ਸਕਦਾ ਉਹਦੀ ਕੋਸ਼ਿਸ਼ ਕਰੋ। ਤੇ ਉਹ ਫਿਰ ਉਹ MS ਰੰਧਾਵਾ ਉਦੋਂ ਮਤਲਬ ਉਹਦੀਆਂ ਅੱਖਾਂ ਇਹ ਖੁੱਲ ਗਈਆਂ ਭਈ ਆ ਜੋ ਜਿਹਨੂੰ ਆਜ਼ਾਦੀ ਕਹਿ ਰਹੇ ਆ ਅਸੀਂ ਤੇ ਭਾਈ ਆ ਆਜ਼ਾਦੀ ਹੈ, ਸਾਡੇ ਲਈ ਤਾਂ ਨਵਾਂ ਕੋਈ ਹੋਰ ਜਿਹੜਾ ਆਇਆ ਜੂਲਾ ਜਿਹੜਾ ਵੀ ਉਹ ਗਲ ਪੈ ਗਿਆ ਤੇ ਉਹ ਸ਼ੁਰੂ ਹੋ ਰਿਹਾ ਨਵੇਂ। ਹਾਂਜੀ, ਤੇ ਇਹਦੇ ਨਾਲ ਹੀ ਜੁੜਦੀ ਹੋਰ ਗੱਲ ਹੈਗੀ ਆ ਵੀ ਕਰਤਾਰ ਸਿੰਘ ਝੱਬਰ, ਜਥੇਦਾਰ ਕਰਤਾਰ ਸਿੰਘ ਝੱਬਰ, ਇਹਨਾਂ ਦਾ ਨਾਮ ਸੁਣਿਆ ਹੋਣਾ ਵੀ ਜਿਹੜੇ ਗੁਰਦੁਆਰਾ ਸੁਧਾਰ ਲਹਿਰ ਨੂੰ ਪੜ੍ਹਦੇ ਆ ਜੀ, ਵੀ ਉਹ ਕਈ ਜਿਹੜੇ ਸੀਗੇ ਕਹਿ ਲਓ ਵੀ ਮੋਰਚੇ ਉਹਨਾਂ ਦੇ ਵਿੱਚ ਸਿਰ ਕੱਢ ਆਗੂ ਸੀਗੇ ਸਾਡੇ ਜੀ, ਤੇ ਉਹਨਾਂ ਦਾ ਪੋਤਾ ਜੀ ਬ੍ਰਿਗੇਡੀਅਰ ਮਨਮੋਹਨ ਸਿੰਘ ਵਿਰਕ ਜੀ, ਉਹ ਇੰਡੀਅਨ ਆਰਮੀ ਦੇ ਵਿੱਚ ਸੀ, ਬ੍ਰਿਗੇਡੀਅਰ ਦੇ ਅਹੁਦੇ ਦੇ ਉੱਤੇ 1984 ਦੇ ਵਿੱਚ ਜੀ। ਤੇ ਜਦੋਂ 84 ਦਾ ਹਮਲਾ ਹੋਇਆ ਆ ਦਰਬਾਰ ਸਾਹਿਬ ਦੇ ਉੱਤੇ, ਹਾਂਜੀ, ਤੇ ਜਿਹੜਾ ਜਨਰਲ ਕੇ ਸੁੰਦਰ ਜੀ ਸੀਗਾ ਜੀ, ਵੀ ਉਹਨੇ ਜਿਹੜੇ ਸੀਗੇ ਨਾ ਵੀ ਵੱਡੇ ਆਗੂ ਆਰਮੀ ਦੇ, ਉਹਨਾਂ ਸਾਰਿਆਂ ਦੀ ਮੀਟਿੰਗ ਸੱਦੀ ਵੈਸਟਰਨ ਕਮਾਂਡ ਦੀ ਤੇ ਨਾਲ ਦੀਆਂ ਜਿਹੜੀਆਂ ਕਮਾਂਡਾਂ ਸੀਗੀਆਂ ਉਹਨਾਂ ਦੀ, ਉਹਦੇ ਵਿੱਚ ਬ੍ਰਿਗੇਡੀਅਰ ਮਨਮੋਹਨ ਸਿੰਘ ਹੁਣੀ ਸ਼ਾਮਲ ਸੀਗੇ, ਉਹ ਵੀ ਉਹ ਆਪ ਲਿਖਦੇ ਆ ਇਹ ਆਰਟੀਕਲ ਦੇ ਵਿੱਚ ਜੀ। ਤੇ ਉਹ ਆਰਟੀਕਲ ਜਿਹੜਾ ਆ ਕਈ ਥਾਵਾਂ ਦੇ ਉੱਤੇ ਛਪਿਆ, ਇੰਸਟੀਚਿਊਟ ਆਫ ਸਿੱਖ ਸਟੱਡੀਜ਼ ਚੰਡੀਗੜ੍ਹ ਜਿਹੜਾ ਆ ਵੀ ਉਹਨਾਂ ਦੇ ਐਬਸਟ੍ਰੈਕਟ ਦੇ ਵਿੱਚ ਵੀ ਛਪਿਆ ਸੀ ਜੀ। ਤੇ ਉਹ ਕਹਿੰਦੇ ਵੀ ਉਸ ਮੀਟਿੰਗ ਦੇ ਵਿੱਚ ਨਾ ਵੀ ਸਾਨੂੰ ਵੀ ਇਹ ਬਰੀਫਿੰਗ ਦਿੱਤੀ ਗਈ ਵੀ ਇੱਦਾਂ ਸਾਰਾ ਜਿਹੜਾ ਆ ਵੀ ਇਹ ਹਮਲਾ ਹੋਇਆ ਆ ਤੇ ਇੱਦਾਂ ਵੀ ਆਰਮੀ ਨੇ ਜਿਹੜਾ ਵੀ ਉਹ ਐਕਸ਼ਨ ਲਿਆ ਜੀ। ਤੇ ਕਹਿੰਦੇ ਵੀ ਮੈਂ ਨਾ ਜਦੋਂ ਸਵਾਲ ਜਵਾਬ ਦਾ ਟਾਈਮ ਆਇਆ ਤੇ ਬ੍ਰਿਗੇਡੀਅਰ ਮਨਮੋਹਨ ਸਿੰਘ ਕਹਿੰਦੇ ਵੀ ਮੈਂ ਖੜੇ ਹੋ ਕੇ ਨਾ ਵੀ ਸਵਾਲ ਪੁੱਛਿਆ ਇਸ ਤੋਂ ਜਨਰਲ ਸੁੰਦਰ ਜੀ ਤੋਂ ਜੀ, ਭਈ ਤੁਸੀਂ ਇਹ ਕਿੱਦਾਂ ਡਿਫਰੈਂਸ਼ੀਏਟ ਕੀਤਾ ਭਈ ਆਹ ਮਰਿਆ ਜਿਹੜਾ ਆ ਵੀ ਇਹ ਅੱਤਵਾਦੀ ਆ ਤੇ ਆਹ ਜਿਹੜਾ ਮਰਿਆ ਆ ਵੀ ਇਹ ਇਨੋਸੈਂਟ ਸੰਗਤ ਦਾ ਕੋਈ ਮੈਂਬਰ ਸੀਗਾ ਜੀ। ਤੇ ਕਹਿੰਦਾ ਵੀ ਪਹਿਲਾਂ ਤੇ ਉਹਨੇ ਵੀ ਐਵੇਂ ਹੀ ਗੋਲ ਮੋਲ ਜਿਹਾ ਗੱਲ ਕਰ ਦਿੱਤੀ, ਫਿਰ ਕੋਈ ਜਵਾਬ ਨਾ ਦਿੱਤਾ। ਮੈਂ ਫਿਰ ਦੁਬਾਰਾ ਪੁੱਛਿਆ, ਕਹਿੰਦੇ ਵੀ ਮੇਰਾ ਸਵਾਲ ਇਹ ਆ ਭਈ ਕਿਵੇਂ ਤੁਸੀਂ ਇਹ ਆਇਡੈਂਟੀਫਾਈ ਕੀਤਾ ਵੀ ਆਹ ਜਿਹੜਾ ਮਰਿਆ ਆ ਵੀ ਇਹ ਅੱਤਵਾਦੀ ਆ, ਇਹ ਸਰਕਾਰ ਦੇ ਖਿਲਾਫ ਲੜ ਰਿਹਾ ਸੀ ਤੇ ਆਰਮੀ ਦੇ ਉੱਤੇ ਹਮਲਾ ਕਰ ਰਿਹਾ ਸੀ, ਤੇ ਆਹ ਜਿਹੜਾ ਮਰਿਆ ਆ ਵੀ ਇਹ ਅੱਤਵਾਦੀ ਨਹੀਂ ਸੀ, ਇਹ ਉਦਾਂ ਹੀ ਜਿਹੜਾ ਵੀ ਸੰਗਤ ਦਾ ਕੋਈ ਸ਼ਰਧਾਲੂ ਆਇਆ ਹੋਇਆ ਸੀ, ਇਹ ਮਰ ਗਿਆ। ਤੇ ਉਹ ਜੀ ਔਖਾ ਹੋ ਗਿਆ। ਜਨਰਲ ਸੁੰਦਰ ਜੀ ਕਹਿੰਦਾ ਵੀ ਉਹਨੂੰ ਗੁੱਸਾ ਚੜ ਗਿਆ, ਉਹ ਇਹ ਗੁੱਸੇ ਦੇ ਵਿੱਚ ਆ ਕੇ ਵੀ ਕਹਿੰਦਾ ਵੀ ਮੇਰੇ ਤੋਂ ਹੋਰ ਕੀ ਚਾਹੁੰਦਾ ਆ ਕਿ ਭਈ ਉਹ ਉੱਥੇ ਸੀਗਾ ਦਰਬਾਰ ਸਾਹਿਬ ਦੇ ਅੰਦਰ, ਮਾਰਿਆ ਗਿਆ, ਇਸ ਕਰਕੇ ਅੱਤਵਾਦੀ ਆ। ਸੋ ਉਹ ਜਿਹੜੀ ਆਪਾਂ ਗੱਲ ਪਹਿਲਾਂ ਕੀਤੀ ਹੈ ਨਾ
ਭਈ ਜਦੋਂ ਉਹਨਾਂ ਨੇ ਜਿਹੜਾ ਕਰਫਿਊ ਆ ਜੀ ਉਹ ਖੋਲਿਆ ਆ ਜੀ ਤੇ ਸੰਗਤ ਨੂੰ ਅੰਦਰ ਆਉਣ ਦਿੱਤਾ ਉਹ ਉਹਨਾਂ ਦੇ ਪਲਾਨ ਦਾ ਹਿੱਸਾ ਹੀ ਸੀਗਾ ਬਿਲਕੁਲ ਭਈ ਜਿੰਨੇ ਜ਼ਿਆਦਾ ਮਾਰੇ ਜਾ ਸਕਦੇ ਆ ਉਨੇ ਮਾਰਨ ਕਿਉਂਕਿ ਉਹਨਾਂ ਦੀ ਜਿਹੜੀ ਥਿਊਰੀ ਸੀਗੀ ਸਾਰੀ ਉਹ ਇਸ ਚੀਜ਼ ਤੇ ਖੜੀ ਸੀਗੀ ਵੀ ਇਹ ਦਿਖਾਉਣੇ ਲਈ ਸਾਰੀ ਦੁਨੀਆ ਨੂੰ ਵੀ ਅਸੀਂ ਟੈਂਕ ਤਾਂ ਚਾੜੇ ਆ ਅਸੀਂ ਜਿਹੜੀਆਂ ਤੋਪਾਂ ਤਾਂ ਬੀੜੀਆਂ ਇੰਨੀ ਆਰਮੀ ਤਾਂ ਅੰਦਰ ਲੈ ਕੇ ਗਏ ਆ ਦੇਖੋ ਕਿੰਨੇ ਬੰਦੇ ਹੀ ਅੰਦਰ ਜਿਹੜੇ ਸਾਡੇ ਖਿਲਾਫ ਜਿਹੜਾ ਆ ਵੀ ਉਹ ਮੁਹਾਜ਼ ਖੋਲੀ ਬੈਠੇ ਹਾਂ ਬਿਲਕੁਲ ਉਹ ਬਾਕੀ ਜਿੰਨਾ ਹਥਿਆਰਾਂ ਦਾ ਜ਼ਖੀਰਾ ਹੋਰ ਜਿੰਨਾ ਵੀ ਕੁਝ ਉੱਥੇ ਤੋਂ ਪ੍ਰਚਾਰਿਆ ਜਾ ਰਿਹਾ ਉਹ ਸਰਕਾਰ ਦੀਆਂ ਜਸਟੀਫਿਕੇਸ਼ਨ ਦੀਆਂ ਕਾਰਵਾਈਆਂ ਨੇ ਉਹ ਕਾਰਵਾਈਆਂ ਸੀ ਹਾਂਜੀ ਵੈਸੇ ਵੀ ਜਿਹੜਾ ਆਪਾਂ ਨੂੰ ਪਤਾ ਹੀ ਹੈ ਵੀ ਪ੍ਰਸਿੱਧ ਇਹ ਗੱਲ ਵੀ ਕਦੇ ਵੀ ਜਿਹੜੀ ਹਾਰੀ ਹੋਈ ਕੌਮ ਆ ਹੈਨਾ ਹਾਲਾਂਕਿ ਚਲੋ ਅਸੀਂ ਜੋ ਵੀ ਹੈ ਸਾਡੇ ਉਹਨਾਂ ਨੇ ਲਿਖਿਆ ਬਹੁਤ ਹਾਲੇ ਵੀ ਜੋ ਲਿਖਣਾ ਚਾਹੀਦਾ ਸੀ ਮੈਂ ਸਮਝਦਾ ਵੀ ਘੱਟ ਲਿਖਿਆ ਜਿੰਨੇ ਬੰਦੇ ਉੱਥੋਂ ਨਿਕਲ ਕੇ ਅੰਦਰੋਂ ਜਿਨ੍ਹਾਂ ਨੇ ਆਈ ਵਿਟਨੈਸ ਸੀਗੇ ਹੈਨਾ ਆਹੋ ਮੈਨੂੰ ਨਹੀਂ ਲੱਗਦਾ ਵੀ ਰਾਮੂ ਰੂਮੂ ਵਾਲੇ ਸਾਰੇ ਅੰਦਰੋਂ ਨਿਕਲੇ ਸੀ ਵੀ ਇਹਨਾਂ ਨੇ ਕਦੇ ਲਿਖਿਆ ਹੋਵੇ ਕੁਛ ਤੇ ਇਹ ਆਪਣੇ ਸੌਦੇ ਕਰਕੇ ਚਲੇ ਗਏ ਹੈਨਾ ਜਿਹੜਾ ਦੁਸ਼ਮਣ ਹੈ ਉਹ ਕਦੋਂ ਮਤਲਬ ਕਿ ਸਾਡੇ ਸੋਲੇ ਗਾਊਗਾ ਉਹ ਆਪਣੀ ਹਰੇਕ ਕਾਰਵਾਈ ਨੂੰ ਜਾਇਜ਼ ਠਹਿਰਾਉਣ ਖਾਤਰ ਹਰੇਕ ਜਿਹੜਾ ਹੱਥਕੰਡਾ ਉਹ ਹੁਣ ਦਾ ਨਹੀਂ ਪੁਰਾਣਾ ਵੀ ਆ ਹੁਣ ਜਦੋਂ ਕਿਤੇ ਜਹਾਂਗੀਰ ਨੇ ਅਤਿਆਚਾਰ ਢਾਏ ਸੀ ਉਹਨੇ ਕਿਤੇ ਜਸਟੀਫਾਈ ਕੀਤਾ ਸੀ ਭਾਵੇਂ ਗੁਰੂ ਸਾਹਿਬਾਨ ਉਹਨੇ ਵੀ ਆਪਣੇ ਆਪ ਨੂੰ ਕਰਨ ਖਾਤਰ ਦੱਸਿਆ ਸੀ ਉਹ ਵੀ ਕਹਿ ਰਿਹਾ ਸੀ ਕਿ ਮੈਂ ਆਪਣੇ ਧਰਮ ਦੀ ਸੇਵਾ ਕਰ ਰਿਹਾ ਉਹ ਕਹਿੰਦਾ ਇਹ ਦੁਕਾਨੇ ਬਾਤਲ ਹਾਂਜੀ ਝੂਠ ਦੀ ਦੁਕਾਨ ਕਹਿ ਰਿਹਾ ਸੀ ਹੁਣ ਇਹ ਸਾਡੇ ਦੇ ਉੱਤੇ ਵੀ ਅਸੀਂ ਜਹਾਂਗੀਰ ਦੀ ਗੱਲ ਮੰਨਣੀ ਆ ਜਾਂ ਅਸੀਂ ਆਪਣੇ ਗੁਰੂ ਸਾਹਿਬਾਨ ਦੀ ਗੱਲ ਮੰਨਣੀ ਆ ਤੇ ਇਹੀ ਕੰਮ ਔਰੰਗਜ਼ੇਬ ਦਾ ਸੀ ਹੁਣ ਔਰੰਗਜ਼ੇਬ ਦੇ ਵਿੱਚ ਵੀ ਜਿਹੜੇ ਕੱਟੜਵਾਦੀ ਬੰਦੇ ਸੀ ਹਨਾ ਉਹ ਵੀ ਜਿਹੜੇ ਕਾਜੀ ਉਹਦੇ ਵਕਤ ਦੇ ਸੀ ਉਹ ਵੀ ਉਹਨੂੰ ਧਰਮ ਦਾ ਹੀ ਕੰਮ ਕਹਿ ਰਹੇ ਸੀ ਉਹ ਵੀ ਕਹਿੰਦਾ ਸੀ ਮੈਂ ਧਰਮ ਦਾ ਕੰਮ ਕਰ ਰਿਹਾ ਠੀਕ ਹੈ ਹੁਣ ਅਸੀਂ ਔਰੰਗਜ਼ੇਬ ਦੀ ਮੰਨਣੀ ਆ ਔਰੰਗੇ ਦੀ ਮੰਨਣੀ ਆ ਜਾਂ ਅਸੀਂ ਆਪਣੀ ਕੌਮ ਦੇ ਉੱਪਰ ਜੋ ਹੋਇਆ ਸੀ ਉਹ ਦੇਖਣਾ ਇਹ ਸਾਡੇ ਤੇ ਹੁੰਦਾ ਹੈ ਹਨਾ ਵੀ ਜਿਹੜੀ ਕੌਮ ਜੇਤੂ ਆ ਦੁਨੀਆ ਦੇ ਇਤਿਹਾਸ ਦੇ ਵਿੱਚ ਉਹ ਆਪਣਾ ਇਤਿਹਾਸ ਲਿਖਦੀ ਆ ਤੇ ਹਾਰੇ ਹੋਏ ਨੂੰ ਵਿਚਾਰਿਆਂ ਨੂੰ ਕੌਣ ਪੁੱਛਦਾ ਤੇ ਉਹਨਾਂ ਦੀ ਲਿਖੀ ਹੋਈ ਹਰੇਕ ਗੱਲ ਕਹਿੰਦੇ ਨੇ ਵੀ ਮੁਕੱਦਮੇ ਵੀ ਉਹਨਾਂ ਹਾਰਿਆਂ ਹੋਇਆਂ ਦੇ ਉੱਤੇ ਸਿਤਮੇ ਜ਼ੁਲਮ ਵੀ ਉਹਨਾਂ ਦੇ ਉੱਤੇ ਢਾਲੇ ਜਾਂਦੇ ਆ ਤੇ ਮੁਕੱਦਮੇ ਵੀ ਉਲਟੇ ਉਹਨਾਂ ਦੇ ਉੱਤੇ ਕੀਤੇ ਜਾਂਦੇ ਆ ਕਿ ਕਸੂਰਵਾਰ ਵੀ ਇਹੀ ਸੀ ਠੀਕ ਹੈ ਸੋ ਇਹ ਇਦਾਂ ਦਾ ਵਰਤਾਰਾ ਜਿਹੜਾ ਕਿਉਂਕਿ ਹੁਣ ਯਾਨੀ ਸਭ ਤੋਂ ਜਿਹੜੀ ਸਾਡੇ ਲਈ ਖਤਰਨਾਕ ਜਾਂ ਸਾਡੇ ਲਈ ਜਿਹੜੀ ਸਿਚੁਏਸ਼ਨ ਬਣੀ ਹੋਈ ਆ ਵੀ ਅਸੀਂ ਮਹਾਰਾਜਾ ਰਣਜੀਤ ਸਿੰਘ ਤੋਂ ਬਾਅਦ ਸਾਡੇ ਹੱਥ 'ਚ ਕੋਈ ਰਾਜ ਭਾਗ ਆਇਆ ਹੀ ਨਹੀਂ ਸਿਰਫ ਇਹੀ ਇੱਕ ਚੇਤਨਾ ਹੈ ਜਿਹੜੀ ਗੁਰਦੁਆਰਿਆਂ ਦੇ ਰਾਹੀਂ ਸਾਡੇ ਕੋਲ ਪੀੜ੍ਹੀ ਦਰ ਪੀੜ੍ਹੀ ਅਸੀਂ ਜਿਹੜੀ ਆ ਉਹ ਪਹੁੰਚਾ ਰਹੇ ਹਾਂ ਤੇ ਇਸੇ ਕਰਕੇ ਆਪਾਂ ਕਹਿੰਦੇ ਵੀ ਸਾਨੂੰ ਹਰੇਕ ਸਾਲ ਜਿਹੜਾ ਸਾਡਾ ਇਤਿਹਾਸਕ ਦਿਹਾੜਾ ਜਦੋਂ ਕੋਈ ਵੀ ਆਉਂਦਾ ਭਾਵੇਂ 84 ਦਾ ਹੁਣ ਜੂਨ 'ਚ ਸ਼ੁਰੂ ਹੋਇਆ ਭਾਵੇਂ ਕੋਈ ਵੀ ਆਉਂਦਾ ਇਸੇ ਕਰਕੇ ਜਿਹੜੀ ਕੌਮ ਹੈ ਉਹ ਯਾਦ ਕਰਦੀ ਆ ਤਾਂ ਉਹਦੇ ਵਿੱਚ ਤਾਂ ਜੋ ਸਾਡੀ ਜਿਹੜੀ ਨਵੀਂ ਪਨੀਰੀ ਤੱਕ ਅਸੀਂ ਜੋ ਅਸਲ ਸਾਡੇ ਨਾਲ ਹੋਇਆ ਸੀ ਉਸ ਨੂੰ ਪਹੁੰਚਾ ਸਕੀਏ ਕਿਉਂਕਿ ਉਸ ਦੇ ਮੁਕਾਬਲੇ ਜਿਹੜਾ ਸਾਡਾ ਦੁਸ਼ਮਣ ਉਹ ਬੜਾ ਤਾਕਤਵਰ ਹੈ ਉਹਨਾਂ ਦੇ ਕੋਲ ਰਾਜ ਭਾਗ ਹੈ ਅੱਜ ਦੇ ਦਿਨ ਦੇ ਵਿੱਚ ਉਹ ਜੋ ਮਰਜ਼ੀ ਪ੍ਰਚਾਰੇ ਪਰ ਇਹਦੇ ਵਿੱਚ ਵੀ ਬਹੁਤ ਸਾਰਾ ਸਾਡਾ ਜਿਹੜਾ ਹਿੱਸਾ ਹੈ ਉਹ ਸਰਕਾਰੀ ਜਿਹੜਾ ਕੁਹਾੜੇ ਦਾ ਦਸਤਾ ਬਣ ਕੇ ਕੰਮ ਕਰ ਰਿਹਾ ਤੇ ਉਹਦੀ ਵੀ ਜਿਹੜੀ ਪਛਾਣ ਨਾਲੋਂ ਨਾਲ ਹੋ ਜਾਂਦੀ ਹੈ ਪਰ ਜਿਹੜਾ ਸਿੱਖ ਦਾ ਅਕੀਦਾ ਉਹ ਗੁਰੂ ਦੇ ਉੱਤੇ ਆ ਤੇ ਅਸੀਂ ਗੁਰੂ ਦੀ ਗੱਲ ਮੰਨਣੀ ਆ ਤੇ ਦੁਸ਼ਮਣ ਦੇ ਉੱਤੇ ਤਾਂ ਅਸੀਂ ਆਸ ਵੀ ਨਹੀਂ ਕਰ ਸਕਦੇ ਕਿ ਉਹ ਸਾਡੀਆਂ ਗੱਲਾਂ ਨੂੰ ਜਸਟੀਫਾਈ ਕਰਕੇ ਤੇ ਸਾਨੂੰ ਕੁਝ ਕਹੂਗਾ ਬਿਲਕੁਲ ਜੀ ਕਿਉਂਕਿ ਇਹ ਵੀ ਗੱਲ ਸਾਨੂੰ ਮੰਨਣੀ ਪੈਣੀ ਆ ਵੀ ਜਦੋਂ ਅਸੀਂ ਪੁਰਾਣੇ ਜਿਹੜੇ ਆ ਨਾ ਘੱਲੂਘਾਰੇ ਤੇ ਸਾਕੇ ਜਦੋਂ ਉਹਨਾਂ ਦੇ ਨਾਲ ਅਸੀਂ 84 ਨੂੰ ਕੰਪੇਅਰ ਕਰਦੇ ਆ ਤੇ ਭਾਵੇਂ ਛੋਟਾ ਘੱਲੂਘਾਰਾ ਸੀ ਭਾਵੇਂ ਵੱਡਾ ਘੱਲੂਘਾਰਾ ਸੀਗਾ ਉਹ 1-2 ਦਿਨ ਦੇ ਸੀਗੇ ਜੀ ਤੇ ਉਹ ਖਤਮ ਹੋ ਗਏ ਇਹ ਇਦਾਂ ਹੀ ਜਿਹੜੇ ਸੀਗੇ ਆਪਣਾ ਜੈਤੋ ਦਾ ਮੋਰਚਾ ਹੋ ਗਿਆ ਤੇ ਹੋਰ ਜਿਹੜੇ ਮੋਰਚੇ ਆ ਉਹ ਚਲੋ ਕਈ ਦਿਨਾਂ ਤੱਕ ਚੱਲਦੇ ਰਹੇ ਜੀ ਪਰ ਇਹ ਜਿਹੜਾ ਆ ਸਾਕਾ 84 ਵੀ ਇਹਨੂੰ ਲਓ ਭਈ ਜਦੋਂ ਹਮਲਾ ਹੋਇਆ ਆ ਦਰਬਾਰ ਸਾਹਿਬ ਦੇ ਉੱਤੇ ਉਦੋਂ ਤੋਂ ਲੈ ਕੇ ਤੇ ਇਹ 95 ਤੱਕ ਚੱਲਿਆ ਕਿਉਂਕਿ ਇਹਦੇ ਕਹਿ ਲਓ ਵੀ ਇਸ ਸਾਕੇ ਦੇ ਹਿੱਸੇ ਵਜੋਂ ਹੀ ਸੀਗਾ ਵੀ ਜਿਹੜੇ ਬਾਅਦ ਵਿੱਚੋਂ ਜਿਹੜਾ ਸਾਡੀ ਜਵਾਨੀ ਦਾ ਘਾਣ ਕੀਤਾ ਗਿਆ ਜਿਹੜੀਆਂ ਬੇਹੁਰਮਤੀਆਂ ਹੋਈਆਂ ਬੀਬੀਆਂ ਦੀਆਂ ਤੇ ਜਿਹੜੇ ਵੀ ਉਹ ਤੇ ਅਸੀਂ ਕਹਿੰਦੇ ਵੀ ਜੰਡਾਂ ਨਾਲ ਬੰਨ੍ਹ ਕੇ ਸਾੜੇ ਗਏ ਪਰ ਜਿਹੜੇ ਇਹਨਾਂ ਸਾਕਿਆਂ ਦੇ ਵਿੱਚ ਜੋ ਕੁਝ ਹੋਇਆ ਆ ਉਹ ਤੇ ਅਸੀਂ ਅਜੇ ਤੱਕ ਸ਼ਬਦਾਂ ਦੇ ਵਿੱਚ ਵੀ ਨਹੀਂ ਪਾਇਆ ਜਿਹੋ ਜਿਹੀਆਂ ਦਰਦਨਾਕ ਤਸੀਹੇ ਜਿਹੋ ਜਿਹੇ ਦਿੱਤੇ ਗਏ ਸਮੇਤ ਸੈਣੀ ਵਰਗਿਆਂ ਵੱਲੋਂ ਗੋਬਿੰਦ ਰਾਮ ਵੱਲੋਂ ਸਵਰਨ ਸਿੰਘ ਘੋਟਣਾ ਇਹ ਅਜੀਤ ਸਿੰਘ ਸੰਧੂ ਇਹ ਸਾਰੇ ਜਿਹੜੇ ਨਾਮ ਆ ਵੀ ਇਹ ਭੁੱਲਣੇ ਨਹੀਂ ਚਾਹੀਦੇ ਸਾਨੂੰ ਕਿਉਂਕਿ ਇਹ ਉਹ ਬੰਦੇ ਨੇ ਵੀ ਖਾਸ ਤੌਰ ਦੇ ਉੱਤੇ ਆ ਜਿਹੜੇ 3 ਨਾਮ ਆ ਨਾ ਵੀ ਗੋਬਿੰਦ ਰਾਮ ਅਜੀਤ ਸਿੰਘ ਸੰਧੂ ਤੇ ਸਵਰਨ ਸਿੰਘ ਘੋਟਣਾ ਸੈਣੀ ਤੇ ਚਲੋ ਹੋਰ ਪਾਸਿਓਂ ਆਇਆ ਸੀਗਾ ਪਰ ਇਹ 3 ਮੈਂ ਤਾਂ ਕਰਕੇ ਵੱਖਰੇ ਕਰ ਰਿਹਾ ਵੀ ਇਹ 3 ਕਾਂਸਟੇਬਲ ਸੀਗੇ ਪੰਜਾਬ ਪੁਲਿਸ ਦੇ ਓਕੇ ਜੀ ਔਰ ਜਿੰਨੇ ਪੰਜਾਬ ਪੁਲਿਸ ਦੇ ਰੂਲ ਆ ਉਹਦੇ ਵਿੱਚ ਇੱਕ ਕਾਂਸਟੇਬਲ ਜਿਹੜਾ ਆ ਉਹ ਬਹੁਤ ਹੀ ਐਕਸਟਰਾ ਆਰਡੀਨਰੀਲੀ ਵਧੀਆ ਕੰਮ ਕਰੇ ਤੇ ਇੰਸਪੈਕਟਰ ਤੱਕ ਪਹੁੰਚਦਾ ਜੀ ਡੀਐਸਪੀ ਤੱਕ ਵੀ ਪਹੁੰਚਣਾ ਜਿਹੜਾ ਆ ਉਹ ਵਰਚੁਅਲੀ ਇੰਪੋਸੀਬਲ ਆ ਕਾਂਸਟੇਬਲ ਲਈ ਇੰਸਪੈਕਟਰ ਤੱਕ ਪਹੁੰਚ ਜਵੇ ਤੇ ਉਹ ਮੰਨਦਾ ਵੀ ਲੈ ਬਈ ਵੀ ਮੇਰੀ ਐਨ ਜੀਵਨ ਜਿਹੜਾ ਵੀ ਸਫਲ ਹੋ ਗਿਆ ਨੌਕਰੀ ਬਹੁਤ ਵਧੀਆ ਨਿਕਲੀ ਜੀ ਇਹ 3 ਕਾਂਸਟੇਬਲ ਜਿਹੜੇ ਆ ਇਹ ਐਸਐਸਪੀ ਦੀਆਂ ਪੋਜੀਸ਼ਨਾਂ ਤੱਕ ਪਹੁੰਚੇ ਆ ਅਜੀਤ ਸਿੰਘ ਸੰਧੂ ਜਿਹੜਾ ਆ ਉਹ ਅਸਿਸਟੈਂਟ ਇੰਸਪੈਕਟਰ ਜਨਰਲ ਦੀ ਪੋਜੀਸ਼ਨ ਤੱਕ ਪਹੁੰਚਿਆ
ਔਰ ਇਹ ਸਾਰੇ ਜਿਹੜੇ ਆ ਇਸ ਕਰਕੇ ਪਹੁੰਚੇ ਵੀ ਇਹਨਾਂ ਨੇ ਸਰਕਾਰ ਦੇ ਕਹੇ ਦੇ ਉੱਤੇ ਨਾ ਸਿਰਫ ਸਿੱਖਾਂ ਦੇ ਜਿਹੜੇ ਨੌਜਵਾਨ ਸੀਗੇ, ਜਵਾਨੀਆਂ ਸੀਗੀਆਂ, ਬੀਬੀਆਂ ਸੀ, ਉਹਨਾਂ ਨੂੰ ਮਾਰਿਆ ਔਰ ਐਡੇ ਦਰਦਨਾਕ ਤਰੀਕਿਆਂ ਨਾਲ ਮਾਰਿਆ ਜੀ। ਔਰ ਉਹਦੇ ਇਨਾਮ ਵਜੋਂ ਇਹਨਾਂ ਨੂੰ ਇਹ ਤਰੱਕੀਆਂ ਦਿੱਤੀਆਂ ਗਈਆਂ, ਇਹਨਾਂ ਨੇ ਜਗੀਰਾਂ ਪ੍ਰਾਪਤ ਕੀਤੀਆਂ, ਇਹ ਜਗੀਰਾਂ ਪ੍ਰਾਪਤ ਕੀਤੀਆਂ ਜੀ। ਸੋ ਇਹ ਚੀਜ਼ਾਂ ਜਿਹੜੀਆਂ ਆ ਵੀ ਇਹ ਸਾਨੂੰ ਭੁੱਲਣੀਆਂ ਨਹੀਂ ਚਾਹੀਦੀਆਂ ਔਰ ਨਾ ਇਹ ਨਾਮ ਭੁੱਲਣੇ ਚਾਹੀਦੇ ਆ ਵੀ ਇਹ ਕੌਣ ਬੰਦੇ ਸੀਗੇ ਜੀ। ਔਰ ਹੁਣ ਉਹਦੇ ਨਾਲ ਜਿਹੜੇ ਆ ਅਗਿਆਤਵਾਸ ਸਾਡੇ ਜਿਹੜੇ ਕਈ ਨੌਜਵਾਨ ਹੈ ਉਹ ਸਾਡੇ ਜਿਹੜੇ ਬੰਦੇ ਉਹਨਾਂ ਨੂੰ ਸਰਕਾਰੀ ਪ੍ਰੋਪੇਗੈਂਡੇ ਦੇ ਪ੍ਰਭਾਵਿਤ ਹੋ ਕੇ ਉਹ ਦੋਸ਼ੀ ਉਹਨਾਂ ਨੂੰ ਗਰਦਾਨਣ ਲੱਗੇ ਹੋਏ ਆ। ਠੀਕ ਹੈ, ਹੁਣ ਸਰਕਾਰ ਦਾ ਜਿਹੜਾ ਸਰਕਾਰੀ ਕਿਤਾਬਾਂ ਹੈ ਜਾਂ ਸਰਕਾਰੀ ਜਿਹੜੀ ਜਸਟੀਫਿਕੇਸ਼ਨ ਆ ਉਹਨਾਂ ਦੇ ਆਪਣੇ ਉਹ ਤਾਂ ਗਿਣਤੀ ਵੀ ਨਹੀਂ ਕੋਈ ਬਹੁਤੀ ਦਿਖਾ ਰਹੇ ਉੱਥੇ, ਉਹ ਤਾਂ ਸਾਰਾ ਕੁਝ ਸਾਡੇ ਖਿਲਾਫ ਹੀ ਵਰਤਣਗੇ। ਤੇ ਦੂਜੀ ਗੱਲ ਇੱਕ ਮੇਰੇ ਗੱਲ 'ਚ ਇੱਕ ਕੰਪੈਰੀਜ਼ਨ ਹੋਰ ਵੀ ਆਇਆ ਸੀ। ਹੁਣ ਤੁਸੀਂ ਦੇਖੋ ਵੀ ਜਦੋਂ 47 ਤੋਂ ਲੈ ਕੇ 84 ਤੱਕ 37 ਸਾਲ ਬਣਦੇ ਆ, ਠੀਕ ਹੈ ਜੀ, 47 ਤੋਂ ਉਹਦੇ ਤੱਕ 37 ਸਾਲਾਂ ਦੇ ਵਿੱਚ ਜੋ ਅਸੀਂ ਗਵਾਇਆ 47 ਚ ਸਾਡੇ ਬਜ਼ੁਰਗਾਂ ਨੂੰ ਉਹੀ ਲੀਡਰਸ਼ਿਪ ਸੀ ਭਾਵੇਂ ਜਿਹੜੀ ਕਿ ਜਿਹਨੇ ਨੇ ਨਿਰਣਾ ਕਰਿਆ ਸੀ ਕਿ ਅਸੀਂ ਇਹਨਾਂ ਦੇ ਨਾਲ ਰਹਿਣਾ। ਫਿਰ ਉਹਨਾਂ ਨੇ ਐਜੀਟੇਸ਼ਨ ਸ਼ੁਰੂ ਕਰੀ ਵੀ ਭਾਈ ਸਾਡੇ ਨਾਲ ਤਾਂ ਤੁਸੀਂ ਜਿਹੜੇ ਉਹ ਵਾਅਦਿਆਂ ਬੇਵਫਾ ਹੋ ਗਏ ਸਾਰੇ। ਫਿਰ ਉਹਨਾਂ ਨੇ ਐਜੀਟੇਸ਼ਨ ਕਰੀ ਉਹੀ ਮੰਗਾ ਖਾਤਰ। ਫਿਰ ਪਹਿਲਾਂ ਉਹ ਵਿਚਾਰੇ ਲੜਦੇ ਰਹੇ, ਉਹ ਲੜਦੇ ਜਾਨੀ 84 ਆਪਾਂ ਸਿਖਰ ਕਹਿ ਲਈਏ ਉਹਦਾ। ਤੇ ਸਰਕਾਰ ਨੂੰ ਅਹਿਸਾਸ ਹੋ ਗਿਆ ਕਿ ਹੁਣ ਬਹੁਤੀ ਦੇਰ ਇਹਨਾਂ ਨੂੰ ਅਸੀਂ ਏਦਾਂ ਲਾਰੇ ਲੂਰੇ ਵੀ ਕਿੱਦਾਂ ਲਾਈਏ। ਫਿਰ ਉਹਨਾਂ ਨੇ ਇੰਦਰਾ ਗਾਂਧੀ ਨੇ ਸੋਚ ਲਿਆ ਵੀ ਹੁਣ ਪੱਕੀ ਤਰ੍ਹਾਂ ਹੀ ਨੱਪ ਦਈਏ ਇਹਨਾਂ ਨੂੰ। ਠੀਕ ਹੈ ਜੀ, ਉਹਨੇ ਨੱਪ ਦਿੱਤਾ। ਉਹ ਤੋਂ ਬਾਅਦ ਵੀ ਉਹਨਾਂ ਨੇ ਇਹ ਸੁਭਾਵਨਾ ਖਤਮ ਨਹੀਂ ਕਰੀ ਕਿ ਜਿਹੜੀ ਇਹ ਇਹਨਾਂ ਦੇ ਵਿੱਚ ਅੰਸ਼ ਹੈ ਆਪਣੇ ਹੱਕਾਂ ਦੀ ਉਹ ਜਗਦੀ ਰਹਿਣੀ ਹੈ। ਵੀ 84 ਨੇ ਇਹਨੂੰ ਹੋਰ ਪ੍ਰਚੰਡ ਕਰਨੀ ਹੈ, ਜਿਵੇਂ ਤੁਸੀਂ ਦੱਸਿਆ ਇਹਨਾਂ ਨੇ 84 ਵਰਤਾ ਕੇ, ਯਾਨੀ 84 ਦਾ ਪੂਰੀ ਤਰੀਕੇ ਦੇ ਨਾਲ ਪਲਾਨ ਸੀ। 84 ਦਾ ਪੂਰੇ ਸਾਲ ਦਾ ਜੋ ਜਿਹੜਾ ਘਟਨਾਕ੍ਰਮ ਹੋਇਆ ਤਾਂ ਜੋ ਇਹ ਮੁੜ ਕੇ ਉੱਠਣ ਜੋਗਾ ਹੀ ਨਾ ਰਹਿਣ। ਪਹਿਲੇ ਘੱਲੂਘਾਰੇ, ਛੋਟੇ ਘੱਲੂਘਾਰੇ ਤੇ ਵੱਡੇ ਘੱਲੂਘਾਰੇ ਤੋਂ ਬਾਅਦ। ਠੀਕ ਹੈ ਜੀ, ਪੂਰਾ ਸਾਲ ਹੀ ਤੁਸੀਂ ਪੂਰਾ ਸਾਲ ਹੀ ਲਗਭਗ 95 ਤੱਕ ਗੱਲ ਥੋੜੀ ਸਹੀ ਹੈ ਵੀ ਇਹ ਜਿਹੜਾ ਘੱਲੂਘਾਰਾ ਉਹ ਚੱਲਿਆ ਤਾਂ ਜੋ ਜਿਹੜੀ ਪੂਰੀ ਕੌਮ ਹੈ ਉਹਨੂੰ। ਔਰ ਇਹ ਮੈਂ ਸਮਝਦਾ ਕਿ 47 ਤੋਂ ਲੈ ਕੇ ਤਾਂ ਅਸੀਂ 84 ਚ ਖੜੇ ਹੋ ਗਏ ਸੀ, ਪਰ ਹੁਣ ਜਿਹੜਾ ਉਹਨਾਂ ਦਾ ਵਰਤਾਰਾ ਅੱਜ ਤੱਕ ਚੱਲ ਰਿਹਾ ਕਿ ਇਹ ਤੇ ਬਾਅਦ ਤੁਸੀਂ ਮੁਲਾਂਕਣ ਕਰ ਲਓ ਵੀ 47 ਤੇ 84 ਦੇ ਵਿੱਚ ਸਾਡੀ ਕੌਮ ਦੀ ਸਪਿਰਿਟ, ਸਾਡਾ ਜਿਹੜਾ ਸਮਰਪਣ ਕੌਮ ਪ੍ਰਸਤੀ ਦਾ ਉਹ ਦੇਖ ਲਓ, ਤੇ ਹੁਣ ਤੁਸੀਂ 84 ਦੀਆਂ ਘਟਨਾਵਾਂ ਤੇ ਬਾਅਦ ਆ ਹੁਣ 2020 ਦਾ ਦੇਖ ਲਓ ਕਿ ਸਰਕਾਰ ਆਪਣੇ ਜਿਹੜੇ ਕਾਰਨਾਮੇ ਦੇ ਵਿੱਚ ਕਾਮਯਾਬ ਹੋਈ ਆ, ਅਸੀਂ ਪੂਰੀ ਤਰ੍ਹਾਂ ਫੇਲ ਹੋਏ ਆ। ਅਸੀਂ ਫੇਲ ਹੋ ਗਏ, ਅਸੀਂ ਤਾਂ ਆਪਣੇ ਆਪ ਨੂੰ ਸਿੱਖ ਸਵਕਾਰਤ 'ਚ ਸ਼ਰਮ ਮਹਿਸੂਸ ਕਰਨ ਲੱਗੇ। ਅਸੀਂ ਯਾਨੀ ਇੱਥੇ ਤੱਕ ਆ ਗਏ ਕਿ ਅਸੀਂ ਆਪਣੇ ਕਕਾਰਾਂ ਦੇ ਉੱਤੇ, ਆਪਣੇ ਗੁਰੂ ਸਾਹਿਬਾਨਾਂ ਦੇ ਉੱਤੇ ਉਂਗਲੀਆਂ ਖੜੀਆਂ ਕਰਨ ਦੇ ਉੱਤੇ ਆ ਗਏ। ਸਿੱਖੀ ਸਪਿਰਿਟ ਦੀ ਤਾਂ ਤੁਸੀਂ ਗੱਲ ਛੱਡ ਦਿਓ, ਇੱਕ ਇਹ ਗੱਲ। ਤੇ ਦੂਜੇ ਪਾਸੇ ਤੁਸੀਂ ਆਪਣੀ ਲੀਡਰਸ਼ਿਪ ਤੇ ਲੀਡਰਸ਼ਿਪ ਜਿਹੜੀ ਅਕਾਲੀ ਦਲ ਉਹੀ ਮਾਸਟਰ ਤਾਰਾ ਸਿੰਘ ਨਾਲ ਜਿਹੜੇ ਘੱਟੋ ਘੱਟ ਉਹਨਾਂ ਨੇ ਲੱਖ ਉਹ ਕਰਨ ਦੇ ਬਾਵਜੂਦ ਵੀ ਇਹ ਅਹਿਸਾਸ ਤਾਂ ਕਰ ਲਿਆ ਸੀ ਕਿ ਸਾਡੇ ਨਾਲ ਧੋਖਾ ਹੋ ਗਿਆ। ਤੇ ਉਹਦੇ ਬਾਅਦ ਦੁਬਾਰੇ ਫੇਰ ਉਹ ਜਿਹੜਾ ਚਾਹੇ ਉਹ ਲੁਕਣ ਮਿੱਟੀ ਉਹ ਖੇਡਦੇ ਰਹੇ, ਜਾਣੀ ਇੱਕ ਕਿਸਮ ਦਾ ਉਹਨਾਂ ਨੇ ਦੁਬਾਰੇ ਅੰਦੋਲਨ ਤਾਂ ਸ਼ੁਰੂ ਕਰੇ। ਠੀਕ ਹੈ ਜੀ, ਤੇ ਅੱਜ ਦੀ ਜਿਹੜੀ ਲੀਡਰਸ਼ਿਪ ਆ ਉਹ ਦੇਖ ਲਓ ਵੀ ਕਿੱਥੇ ਖੜੀ ਹੈ। ਇੰਨੀ ਜਵਾਨੀ ਮਰਾ ਕੇ ਉਹ ਜਿਹੜੀਆਂ ਬੇਸਿਕ ਮੰਗਾਂ ਸੀ ਅੱਜ ਦੀ ਜਵਾਨੀ ਨੂੰ ਤੁਸੀਂ ਮੈਂ ਕਹਿੰਦਾ ਖੜਾ ਕੇ ਉੱਥੇ ਪੁੱਛ ਲਓ, ਕੋਈ ਇੰਟਰਵਿਊ ਕਰ ਲਓ ਜਿਹੜੇ ਅੱਜ ਦੇ ਨੌਜਵਾਨ ਕਾਲਜਾਂ ਦੇ ਵਿੱਚ ਪੜ੍ਹਨ ਵਾਲੇ ਆ। ਆਪਾਂ ਕਾਲਜ ਵਾਲਿਆਂ ਦੀ ਗੱਲ ਕਰੀਏ, ਸਕੂਲਾਂ ਨੂੰ ਛੱਡ ਕੇ, ਕਿ ਉਹ ਕਿੰਨਿਆਂ ਨੂੰ ਪਤਾ ਹੈ ਕਿ ਸਾਡਾ ਮਸਲਾ ਕਿਆ ਸੀ ਤੇ ਵੀ 47 ਤੇ ਸਾਡਾ ਕਿਆ ਸੀ, ਕਿਹੜੇ ਵਾਅਦੇ ਸੀ, ਤੇ 84 ਕਾਹਤੇ ਹੋਇਆ, ਉਹਦੇ ਪਿੱਛੇ ਜਿਹੜੇ ਬੇਸਿਕ ਕਾਰਨ ਉਹ ਕੀ ਸੀ। ਠੀਕ ਆ, ਜੇ ਕਿਸੇ ਨੂੰ ਮੈਂ ਕਹਿੰਦਾ 2-3% ਨੂੰ ਵੀ ਨਹੀਂ ਪਤਾ ਹੋਣੇ। ਤੇ ਯਾਨੀ ਇਹ ਸਾਡੀ ਬਹੁਤ ਵੱਡੀ ਤਰਾਸਦੀ ਹੈ ਜਿੱਥੇ ਅਸੀਂ ਅੱਜ ਖੜੇ ਹਾਂ ਉਸ ਤੋਂ ਬਾਅਦ, ਤੇ ਸਰਕਾਰ ਦੀ ਕਾਮਯਾਬੀ ਹੈ। ਔਰ ਇਹਦੇ ਨਾਲ ਜਿਹੜਾ ਹੈ ਨਾ ਭਈ ਜੇ ਅਸੀਂ ਕੰਪੇਅਰ ਕਰਨਾ ਆ, ਇਹ ਦੇਖੋ ਭਈ ਅੱਜ ਪੰਜਾਬੀ ਦਾ ਅਖਬਾਰ ਜਿਹੜਾ ਆ ਭਈ ਕੋਈ ਐਸਾ ਅਖਬਾਰ ਹੈਗਾ ਵੀ ਜਿਹਨੂੰ ਅਸੀਂ ਕਹਿ ਸਕੀਏ ਵੀ ਇਹ ਕੌਮੀ ਅਖਬਾਰ ਆ ਜੀ। ਭਈ ਉਸ ਵੇਲੇ ਅਜੀਤ ਦਾ ਰੂਪ ਕਹਿ ਲਓ ਜਾਂ ਅਕਾਲੀ ਪੱਤਰਕਾ ਜਿਹੜੀ ਸੀਗੀ ਵੀ ਇਹਨਾਂ ਦਾ ਕਮ ਸੇ ਕਮ ਇੰਨਾ ਹੁੰਦਾ ਸੀ ਵੀ ਇਹ ਸਿੱਖਾਂ ਦਾ ਵਿਊ ਪੁਆਇੰਟ ਜਿਹੜਾ ਵੀ ਉਹ ਦਿੰਦੇ ਆ। ਹਾਂਜੀ, ਅੱਜ ਅਜੀਤ ਦਾ ਰੂਪ ਵੇਖ ਲਓ ਵੀ ਕੀ ਆ। ਬਾਕੀ ਜਿਹੜੀਆਂ ਆ ਉਹ ਜਗਬਾਣੀ ਹੋ ਗਈ ਤੇ ਹੋਰ ਜਿਹੜੀਆਂ ਪੰਜਾਬੀ ਦੀਆਂ ਅਖਬਾਰਾਂ ਜਿਹੜੀਆਂ ਵੀ ਕੰਟਰੋਲ ਹੀ ਉਹ ਕਰਦੇ ਆ ਵੀ ਜਿਹੜੇ ਆ ਦੈਨਿਕ ਭਾਸਕਰ ਹੋ ਗਏ ਤੇ ਹੋਰ ਸਾਰੇ ਜਿਹੜੇ ਮੀਡੀਆ ਗਰੁੱਪ ਜਿਹੜੇ ਵੀ ਜਿਨ੍ਹਾਂ ਦਾ ਪੰਜਾਬ ਦੇ ਨਾਲ ਕੋਈ ਲੈਣਾ ਦੇਣਾ ਨਹੀਂ, ਸਿੱਖਾਂ ਦੀ ਤਾਂ ਗੱਲ ਛੱਡੋ, ਭਈ ਉਹ ਪੰਜਾਬੀ ਦੇ ਜਿਹੜੇ ਆ ਵੀ ਆਪਣੇ ਪ੍ਰਕਰਨ ਜਿਹੜੇ ਆ ਵੀ ਉਹ ਖੋਲੀ ਬੈਠੇ ਆ ਜੀ। ਤੇ ਉਹਦੇ ਵਿੱਚ ਜੋ ਕੀਤਾ ਜਾਂਦਾ ਉਹਦੇ ਵਿੱਚ ਸਿਰਫ ਫਰਕ ਇੰਨਾ ਹੁੰਦਾ ਵੀ ਲਿਪੀ ਦਾ ਫਰਕ ਆ, ਬਾਕੀ ਸਾਰਾ ਕੁਝ ਜਿਹੜਾ ਆ ਵੀ ਉਹ ਹਿੰਦੀ ਵਾਲਾ ਹੀ ਹੁੰਦਾ ਜਾਂ ਹਿੰਦੀ ਬੈਲਟ ਜਿਹੜੀ ਆ ਵੀ ਉਹਦਾ ਹੀ ਵਿਚਾਰ ਜਿਹੜਾ ਵੀ ਉਹ ਦਿੱਤਾ ਜਾ ਰਿਹਾ ਹੁੰਦਾ। ਤੇ ਹੁਣ ਜਿਹੜੀ ਗੱਲ ਆਪਣਾ ਵੀ ਗੁਰਪ੍ਰੀਤ ਸਿੰਘ ਨੇ ਵੀ ਇਹ ਵੀ ਪੁਆਇੰਟ ਆਊਟ ਕੀਤੀ ਸੀ ਵੀ ਕੋਈ ਹੈਗਾ ਇਹਨਾਂ ਵਿੱਚੋਂ ਖੱਪ ਗ੍ਰੇਡਾਂ ਦੇ ਵਿੱਚੋਂ ਹੀ ਵੀ ਉੱਦਾਂ ਤੇ ਕਹਿ ਲਓ ਵੀ ਇਹਨਾਂ ਦੀ ਜਦੋਂ ਮਾਨਸਿਕਤਾ ਅਸੀਂ ਵੇਖਦੇ ਹਾਂ ਵੀ ਉਹ ਤੇ ਦਿਨੋਂ ਦਿਨ ਜਿਹੜੀ ਆ ਬਈ ਉਹ ਗਟਰ ਦੇ ਵਿੱਚ ਵੀ ਜਿਹੜੀ ਆ ਵੀ ਉਹ ਜਾਂਦੀ ਜਾ ਰਹੀ ਆ, ਹੋਰ ਨੀਵੇਂ ਤੋਂ ਨੀਵੇਂ ਜਾ ਰਹੀ। ਜਿਹੜਾ ਹੁਣ ਇਹ ਹਮਲਾ ਕੀਤਾ ਗਿਆ ਭਈ ਸਿੱਖਾਂ ਦੇ ਵਿੱਚ ਸ਼ਹੀਦ ਹੋਇਆ ਹੀ ਨਹੀਂ ਕੋਈ, ਤੇ ਸਿੱਖਾਂ ਦੇ ਵਿੱਚ ਭਈ ਸ਼ਹਾਦਤ ਵਾਲਾ ਕਨਸੈਪਟ ਹੀ ਹੈ ਨਹੀਂਗਾ, ਤੇ ਇਹ ਭਈ ਜਿਹੜਾ ਆ ਵੀ ਸਿੱਖ ਕਤਲ ਹੋਏ ਆ, ਸ਼ਹੀਦ ਨਹੀਂ ਹੋਏ। ਹੁਣ ਉਹ ਜਿਹੜੀ ਚੀਜ਼ ਆ ਨਾ ਉਹ ਦੁਸ਼ਮਣ ਦੀ ਜਿਹੜੀ ਸ਼ਬਦਾਵਲੀ ਆ, ਸਾਰੀ ਟਰਮੀਨੋਲੋਜੀ ਦੁਸ਼ਮਣ ਦਾ ਜਿਹੜਾ ਵਿਊ ਪੁਆਇੰਟ ਆ ਜੀ, ਉਹ ਸਿੱਖਾਂ ਦੇ ਉੱਤੇ ਜਿਹੜਾ ਆ ਵੀ ਉਹ ਲਾਇਆ ਜਾ ਰਿਹਾ। ਤੇ ਇੱਥੋਂ ਮਤਲਬ ਭਈ ਜਿਹਨੂੰ ਕਿਸੇ ਨੂੰ ਕੋਈ ਸ਼ੱਕ ਆ ਵੀ ਇਹ ਬੰਦੇ ਜਿਹੜੇ ਨੇ ਖੱਪ ਗ੍ਰੇਡ ਵੀ ਇਹ ਕਿਹੜੇ ਪਾਸਿਓਂ ਬੋਲ ਰਹੇ ਨੇ, ਉਹ ਇਹਨਾਂ ਚੀਜ਼ਾਂ ਤੋਂ ਹੀ ਸ਼ੱਕ ਜਿਹੜਾ ਆ ਵੀ ਉਹ ਦੂਰ ਹੋ ਜਾਣਾ ਚਾਹੀਦਾ ਵੀ ਇਹ ਤੇ ਈਵਨ ਸ਼ਬਦਾਵਲੀ ਜਿਹੜੀ ਆ ਵੀ ਉਹਨੂੰ ਵੀ ਦੁਸ਼ਮਣ ਵਾਲੀ ਨੂੰ ਹੀ ਸਹੀ ਠਹਿਰਾ ਕੇ ਤੇ ਉਹ ਕਰ ਰਹੇ ਆ। ਵੀ ਜਿੱਦਾਂ ਹੁਣ ਭਗਤ ਸਿੰਘ ਜਿਹੜਾ ਆ
ਭਈ ਉਹ ਜਿਹੜੇ ਆਜ਼ਾਦੀ ਲਈ ਲੜਦੇ ਪਏ ਸੀ ਉਹਨਾਂ ਲਈ ਸ਼ਹੀਦ ਆ, ਪਰ ਜਿਹੜੀ ਬਰਤਾਨਵੀ ਸਰਕਾਰ ਸੀ ਵੀ ਉਹਦੇ ਲਈ ਸ਼ਹੀਦ ਥੋੜੀ ਸੀ। ਉਹਨਾਂ ਨੇ ਤੇ ਫਾਈਲ ਲਾਇਆ ਇੱਕ ਕ੍ਰਿਮੀਨਲ। ਸੋ ਇਹਦਾ ਮਤਲਬ ਵੀ ਇਹ ਜਿਹੜਾ ਉਹਨਾਂ ਦੀ ਮੱਤ ਵਾਲਾ ਆ ਜਾਂ ਉਹਨਾਂ ਦਾ ਸਪੋਰਟਰ ਆ ਬ੍ਰਿਟਿਸ਼ ਦਾ, ਉਹ ਤੇ ਕਹੂਗਾ ਵੀ ਨਾ ਭਗਤ ਸਿੰਘ ਤੇ ਕ੍ਰਿਮੀਨਲ ਸੀਗਾ, ਸੋ ਉਹਨੂੰ ਸ਼ਹੀਦ ਥੋੜੀ ਕੋਈ ਕਹੂਗਾ। ਇੱਦਾਂ ਹੀ ਵੀ ਜਿਹੜਾ ਸਿੱਖਾਂ ਦਾ ਕਨਸੈਪਟ ਆ ਉਹਦੇ ਵਿੱਚ ਵੀ ਇਹ ਮੈਂ ਤਾਂ ਕਰਕੇ ਕਹਿ ਰਿਹਾ ਵੀ ਜਿਹੜੀ ਨੌਜਵਾਨ ਪੀੜ੍ਹੀ ਆ ਸਾਡੀ ਵੀ ਉਹ ਪੜ੍ਹਨਾ ਲਿਖਣਾ ਜਿਹੜਾ ਆ ਵੀ ਉਹ ਛੱਡੀ ਬੈਠੀ ਆ, ਭਈ ਸੁਣੀ ਸੁਣਾਈ ਗੱਲ ਜਿਹੜੀ ਆ ਵੀ ਉਹਦੇ ਉੱਤੇ ਹੀ ਆਪਣਾ ਜਿਹੜੀ ਓਪੀਨੀਅਨ ਆ ਉਹ ਬਣਾ ਕੇ ਤੁਰ ਪੈਂਦੇ ਆ। ਸੋ ਇਸ ਕਰਕੇ ਵੀ ਇਹੋ ਜਿਹੇ ਜਿਹੜੇ ਰਿਮਾਰਕ ਨੇ ਬਹੁਤ ਖਤਰਨਾਕ ਨੇ। ਨਹੀਂ ਬਿਲਕੁਲ, ਆਪਾਂ ਜਿਵੇਂ ਤੋੜਨਾ ਜਿਹੜਾ ਆ ਪਹਿਲਾਂ ਆਪਾਂ ਜ਼ਿਕਰ ਹੀ ਜ਼ਰੂਰੀ ਆ। ਤੇ ਉਹਦੇ ਵਿੱਚ ਇਹ ਗੱਲ ਜਿਹੜੀ ਹੈ ਨਾ ਭਈ ਸ਼ਹਾਦਤ ਜਿਹੜੀ ਆ ਵੀ ਉਹ ਗੁਰੂ ਨਾਨਕ ਪਾਤਸ਼ਾਹ ਤੋਂ ਹੀ ਸ਼ੁਰੂ ਹੋ ਜਾਂਦੀ ਆ ਵੀ ਜਦੋਂ ਉਹ ਕਹਿੰਦੇ ਆ ਵੀ ਜਾਓ ਤਾਂ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ, ਇਹ ਤਾਂ ਮਾਰਗ ਪੈਰ ਧਰੀਜੈ, ਸਿਰ ਦੀਜੈ ਕਾਂਡ ਨਾ ਕੀਜੈ। ਇਹ ਜਿਹੜਾ ਸਿੱਖੀ ਸ਼ਹਾਦਤ ਦਾ ਕਨਸੈਪਟ ਆ ਵੀ ਉਹਦੀ ਨੀਂਹ ਉੱਥੋਂ ਰੱਖੀ ਗਈ ਆ। ਔਰ ਉਹਦੇ ਵਿੱਚ ਵੀ ਜਿਹੜੀਆਂ ਕੰਡੀਸ਼ਨਾਂ ਨੇ ਉਹ ਬੜੀਆਂ ਸਿੰਪਲ ਜਿਹੀਆਂ ਨੇ ਵੀ ਜੇ ਕਿਸੇ ਬੰਦੇ ਨੂੰ ਇਹ ਚੋਇਸ ਦਿੱਤੀ ਜਾਂਦੀ ਆ ਵੀ ਜਾਂ ਤੂੰ ਸਿਧਾਂਤ ਛੱਡ ਦੇ, ਧਰਮ ਛੱਡ ਦੇ, ਤੇ ਜਾਂ ਤੈਨੂੰ ਮਾਰ ਦਿੱਤਾ ਜਾਣਾ ਆ, ਤੇ ਉਹ ਕਹਿੰਦਾ ਆ ਵੀ ਨਹੀਂ ਭਈ ਸਿਧਾਂਤ ਜਿਹੜਾ ਆ ਵੀ ਉਹ ਮੈਨੂੰ ਜਾਨ ਨਾਲੋਂ ਵੀ ਪਿਆਰਾ ਆ, ਵੀ ਉਹ ਇਸੇ ਕਨਸੈਪਟ ਦੇ ਉੱਤੇ ਵੀ ਜਾਓ ਤਾਂ ਪ੍ਰੇਮ ਖੇਲਣ ਕਾ ਚਾਓ। ਵੀ ਗੁਰੂ ਨਾਨਕ ਦੇ ਰਾਹ ਤੇ ਮੈਂ ਤੁਰਿਆ ਆ, ਜਾਨ ਤਲੀ ਤੇ ਧਰ ਕੇ ਤੁਰਿਆ, ਇਸ ਕਰਕੇ ਵੀ ਜੇ ਤੂੰ ਮਾਰਨਾ ਵੀ ਆ ਤੇ ਮਾਰ ਦੇ, ਤੇ ਮੈਂ ਸਿਧਾਂਤ ਨਾਲ ਦਗਾ ਨਹੀਂ ਕਮਾਉਣਾ ਜੀ। ਸੋ ਉਹ ਚੀਜ਼ ਜਿਹੜੀ ਆ ਵੀ ਉਹ ਅਸੀਂ ਉਸ ਬੰਦੇ ਨੂੰ ਸ਼ਹੀਦ ਕਹਿੰਦੇ ਆ ਜੀ। ਬਿਲਕੁਲ। ਸੋ ਇਸ ਕਰਕੇ ਵੀ ਇਹੋ ਜਿਹੇ ਜਿਹੜੇ ਨਿਕੰਮੇ ਬੰਦੇ ਨੇ ਭਈ ਨਾ ਜਿਨ੍ਹਾਂ ਨੂੰ ਆਮ ਕਿਸੇ ਫਲਸਫੇ ਦੇ ਕਿਸੇ ਸਿਧਾਂਤ ਦੀ ਸਮਝ ਆ, ਨਾ ਧਰਮ ਦੇ ਕਿਸੇ ਸਿਧਾਂਤ ਦੀ ਸਮਝ ਆ, ਤੇ ਆਪ ਹੀ ਬੈਠੇ ਨਾ ਵੀ ਆਪਣੀਆਂ ਜਿਹੜੀਆਂ ਕਹਿ ਲਓ ਵੀ ਸਵਾਰਥ ਦੇ ਵਿੱਚੋਂ ਨਿਕਲੀਆਂ ਹੋਈਆਂ ਜਿਹੜੀਆਂ ਮਨੌਤਾਂ ਆ, ਜਿਹੜਾ ਉਹਨਾਂ ਦਾ ਸਵਾਰਥ ਆ ਉਹਨੂੰ ਪ੍ਰੋਗਰੈਸ ਕਰਦੀਆਂ, ਉਹਨੂੰ ਐਡਵਾਂਸ ਕਰਦੀਆਂ ਆ। ਉਹੋ ਜਿਹੇ ਜਿਹੜੇ ਮਨਮਤੀ ਤੇ ਜਿਹੜੇ ਘਟੀਆ ਕਿਸਮ ਦੀਆਂ ਜਿਹੜੀਆਂ ਇਹ ਹੈਗੀਆਂ ਆ ਮਨੌਤਾਂ, ਉਹਨਾਂ ਨੂੰ ਸਿੱਖਾਂ ਦੇ ਵਿੱਚ ਜਿਹੜਾ ਆ ਵੀ ਉਹ ਇਦਾਂ ਪੇਸ਼ ਕੀਤਾ ਜਾ ਰਿਹਾ ਵੀ ਇਹ ਬੜੀ ਇੱਕ ਨਵੀਂ ਸੋਚ ਆ। ਹਾਂਜੀ, ਜਾਂ ਦੂਜੇ ਸ਼ਬਦਾਂ 'ਚ ਤੁਸੀਂ ਕਹਿ ਲਓ ਵੀ ਜੋ ਜਿਹੜੇ ਸਰਕਾਰੀ ਰਿਕਾਰਡ ਹੈ ਇਹ ਉਹਨਾਂ ਨੂੰ ਜਸਟੀਫਾਈ ਕਰਨ ਦੇ ਉੱਤੇ ਲੱਗੇ ਹੋਏ, ਜਸਟੀਫਾਈ ਕਰ ਰਹੇ ਹੁਣ। ਜਿਹੜੀ ਬੋਲੀ ਸਰਕਾਰ ਬੋਲਦੀ ਆ, ਜਿਹਨਾਂ ਸ਼ਬਦਾਂ ਦੇ ਨਾਲ ਸਰਕਾਰ ਦੱਸਦੀ ਹੈ, ਜਿਵੇਂ ਆਪਾਂ ਗੱਲ ਕਰੀਏ ਵੀ ਕੋਈ ਵੀ ਜਿਹੜੀ ਹਾਰੀ ਹੋਈ ਆ ਜਾਂ ਜਿਹੜੀ ਹੁਕਮਰਾਨ ਧਿਰ ਹੈ ਉਹ ਦੂਜੇ ਉਹਦੇ ਲਈ ਤਾਂ ਬਾਗੀ ਆ, ਦੂਜੇ ਜਿਹੜੇ ਆਪਣੇ ਹੱਕ ਮੰਗ ਰਹੇ ਆ। ਬਿਲਕੁਲ। ਜਿਹੜੀ ਮਿਨੋਰਿਟੀ ਦੁਨੀਆ ਦੇ ਕਿਸੇ ਹਿੰਦੁਸਤਾਨ ਦੀ ਵੀ ਗੱਲ ਛੱਡੋ, ਕਿਤੇ ਵੀ ਆਪਣੇ ਰਾਈਟ ਲਈ ਲੜ ਰਹੀ ਆ, ਉਹ ਜਿਹੜੀ ਹੁਕਮਰਾਨ ਧਿਰ ਆ ਉਹਨੂੰ ਉਹ ਵੱਖਵਾਦੀ, ਉਹਨੂੰ ਉਹ ਅੱਤਵਾਦੀ, ਉਹਨੂੰ ਉਹ ਸਭ ਕੁਝ ਦੱਸ ਰਹੀ ਆ। ਠੀਕ ਹੈ ਜੀ। ਤੇ ਇਸ ਕਰਕੇ ਆਪਾਂ ਕਹਿੰਦੇ ਵੀ ਇਹ ਜਿਹੜੇ ਬੰਦੇ ਨੇ ਇਹ ਤਾਂ ਤੁਸੀਂ ਇਹੀ ਕਹਿ ਲਓ ਵੀ ਉਹ ਸਰਕਾਰੀ ਜਿਹੜੇ ਰਿਕਾਰਡ ਹੈ, ਜਿਹੜੀਆਂ ਸਰਕਾਰੀ ਫਾਈਲਾਂ ਨੇ ਉਹਨੂੰ ਜਸਟੀਫਾਈ ਕਰਨ ਦੇ ਉੱਤੇ ਲੱਗੇ ਹੋਏ ਨੇ। ਸੋ ਇਹਨਾਂ ਤੋਂ ਸਾਨੂੰ ਜਿਹੜਾ ਸੁਚੇਤ ਹੋਣ ਦੀ ਜ਼ਰੂਰਤ ਹੈ। ਹੁਣ ਜੇ ਇਹ ਬੰਦੇ ਇਹ ਕਹਿ ਰਹੇ ਨੇ ਭਈ ਜੀ ਸਿੱਖ ਕਤਲ ਹੋਏ ਨੇ, ਤੇ ਇਹ ਕੌਣ ਕਹਿੰਦਾ ਵੀ ਇਹ ਵੀ ਸਿੱਖਾਂ ਨੂੰ ਕਤਲ ਕੀਤਾ ਗਿਆ? ਜਿਨ੍ਹਾਂ ਨੇ ਕਤਲ ਕੀਤਾ। ਸੋ ਜਿਨ੍ਹਾਂ ਦੇ ਮਰੇ ਨੇ ਸਿੱਖਾਂ ਦੇ, ਉਹ ਤੇ ਉਹਨਾਂ ਨੂੰ ਸ਼ਹੀਦ ਸਮਝਦੇ ਨਾ, ਉਹ ਸ਼ਹੀਦ ਵਜੋਂ ਵੇਖਦੇ ਆ। ਬਿਲਕੁਲ। ਸੋ ਉਹਨਾਂ ਨੂੰ ਯਾਦ ਵੀ ਅਸੀਂ ਸ਼ਹੀਦ ਵਜੋਂ ਕਰੀਦਾ। ਸੋ ਇਸ ਕਰਕੇ ਭਾਈ ਵੀ ਇਹ ਬੰਦੇ ਤੇ ਆਪ ਹੀ ਸਾਬਤ ਕਰ ਰਹੇ ਨੇ ਵੀ ਇਹ ਦੁਸ਼ਮਣ ਦੀਆਂ ਵਹੀਰਾਂ ਦੇ ਵਿੱਚ ਖੜੇ ਨੇ, ਸਿੱਖਾਂ ਦੇ ਨਾਲ ਨਹੀਂ ਖੜੇ। ਔਰ ਨਾਲ ਦੂਜਾ ਇਹ ਵੀ ਆ ਵੀ ਇਹ ਜਿਹੜਾ ਕਨਸੈਪਟ ਹੈ ਨਾ ਜਿਹੜਾ ਇਹਨੇ ਦਿੱਤਾ ਆ, ਇਹ ਵੀ ਇਹਦਾ ਆਪਣਾ ਓਰੀਜਨਲ ਨਹੀਂਗਾ। ਲੂਈ ਫੈਨਕ ਕਰਕੇ ਇੱਕ ਦੂਸਰਾ ਸੀਗਾ ਕੈਨੇਡਾ ਦਾ ਰਿਸਰਚ ਸਟੂਡੈਂਟ, ਇਹਦਾ ਜਿਹੜਾ ਮੈਕਲਾਊਡ ਗਰੁੱਪ ਹੈ ਨਾ ਸਾਰਾ, WH ਮੈਕਲਾਊਡ, ਉਹਦੇ ਗਰੁੱਪ ਦਾ ਉਹ ਬੰਦਾ ਸੀਗਾ। ਉਹਨੇ ਰਿਸਰਚ ਕੀਤੀ, ਥੀਸਿਸ ਲਿਖੀ PhD ਦੀ, ਵੀ ਜਿਹਦੇ ਵਿੱਚ ਵੀ ਇਹ ਸਾਰਾ ਲਿਖਿਆ ਹੈ ਮਾਰਟਰਡਮ ਇਨ ਸਿੱਖੀਜ਼ਮ। ਉਹਦੇ ਵਿੱਚ ਇਹੋ ਜਿਹੀ ਬਕਵਾਸ ਜਿਹੜੀ ਆ ਉਹਨੇ ਕੀਤੀ ਹੋਈ ਹੈ। ਉਹ ਇਹਨਾਂ ਤਾਂ ਸ਼ਾਇਦ ਵਿਚਾਰਿਆਂ ਨੇ ਪੜ੍ਹੇ ਵੀ ਨਹੀਂ ਹੋਣਗੇ। ਨਹੀਂ, ਉਹ ਉੱਥੋਂ ਇਹ ਪਤਾ ਲੱਗ ਰਿਹਾ ਵੀ ਜੋ ਅੱਗੇ ਅੰਗਰੇਜ਼ੀ ਦੇ ਵਿੱਚ ਸਿੱਖਾਂ ਦੇ ਉੱਤੇ ਹਮਲੇ ਹੋ ਰਹੇ ਸੀਗੇ ਤੇ ਉਹਨਾਂ ਨੇ ਅੰਗਰੇਜ਼ੀ ਦੇ ਵਿੱਚ ਸਿੱਖਾਂ ਨੇ ਉਹਦਾ ਜਵਾਬ ਦਿੱਤਾ ਹੋਇਆ। ਹੁਣ ਉਹ ਪੰਜਾਬੀ ਦੇ ਵਿੱਚ ਆਮ ਲੋਕਾਂ ਦੇ ਵਿੱਚ ਉਹ ਜਿਹੜੇ ਸੇਮ ਹਮਲੇ ਆ ਉਹ ਲੋਕਾਂ ਤੱਕ ਪਹੁੰਚਾਏ ਜਾ ਰਹੇ ਆ। ਤੇ ਸਾਡੀ ਜਿਹੜੀ ਇਗਨੋਰੈਂਸ, ਸਾਡੀ ਜਿਹੜੀ ਅਨਪੜ੍ਹ, ਇਸ ਪੱਖੋਂ ਅਨਪੜ੍ਹ, ਧਾਰਮਿਕ ਪੱਖੋਂ ਅਨਪੜ੍ਹ ਜਿਹੜੀ ਆਪਾਂ ਕਹਿੰਦੇ ਆ, ਉਹ ਜਿਹੜੀ ਸਾਡੀ ਸ਼੍ਰੇਣੀ ਹੈ ਨਾ, ਚਾਹੇ ਉਹ ਨੌਜਵਾਨ ਹੈ ਚਾਹੇ ਕਈ ਬਜ਼ੁਰਗ ਵੀ ਹੈ, ਉਹ ਜ਼ਰੂਰ ਇਹਦਾ ਸ਼ਿਕਾਰ ਹੋ ਰਹੇ ਨੇ। ਸਾਡੀ ਉਹਨਾਂ ਨੂੰ ਬੇਨਤੀ ਹੈ ਕਿ ਭਾਈ ਜੇ ਤੁਹਾਡਾ ਕੋਈ ਥੋੜਾ ਬਹੁਤਾ ਵੀ ਸਰੋਕਾਰ ਸਿੱਖੀ ਉਹਦੇ ਨਾਲ ਹੈਗਾ ਤਾਂ ਤੁਸੀਂ ਯਕੀਨ ਨਾ ਕਰੋ ਕਿਸੇ ਤੇ, ਤੁਸੀਂ ਆਪਣੀ ਜਿਹੜੀ ਤਵਾਰੀਖ ਹੈ ਉਹ ਆਪ ਪੜ੍ਹੋ ਤੇ ਆਪ ਵਿਚਾਰੋ ਤੇ ਗੁਰਬਾਣੀ ਦੇ ਨਾਲ ਮੇਲ ਕੇ ਕਰੋ, ਗੁੰਮਰਾਹ ਨਾ ਹੋ ਤੁਸੀਂ। ਠੀਕ ਹੈ, ਨਹੀਂ ਤੁਹਾਨੂੰ ਜ਼ਰੂਰ ਇੱਕ ਦਿਨ ਪਛਤਾਉਣਾ ਪੈਣਾ। ਠੀਕ ਹੈ ਜੀ ਗੱਲ। ਬਾਕੀ ਠੀਕ ਹੈ, ਜ਼ਬਾਨ ਆਪਣੀਆਂ ਜੋ ਮਰਜ਼ੀ ਕਰੇ, ਪਰ ਇਹ ਹੈ ਵੀ ਉੱਦਾਂ ਵੀ ਕਹਿੰਦੇ ਹੁੰਦੇ ਨੇ ਵੀ ਕਿਸੇ ਦਾ ਉੱਦਾਂ ਨਹੀਂ ਪਤਾ ਲੱਗਦਾ। ਉੱਦਾਂ ਕੋਈ ਚਾਹੇ ਕਹਿੰਦੇ ਵੀ ਸਾਰਾ ਜ਼ਮਾਨਾ ਜਿਹੜਾ ਕਿਸੇ ਨੂੰ ਕਹੀ ਜਾਵੇ, ਬਦਨਾਮ ਕਰਨ ਤੇ ਲੱਗ ਜਾਵੇ, ਉਹ ਇਦਾਂ ਨਹੀਂ ਹੁੰਦਾ। ਉਹਦੀਆਂ ਆਪ ਦੀਆਂ ਕਰਤੂਤਾਂ ਜਿਹੜੀਆਂ ਉਹੀ ਸਿੱਧ ਕਰ ਦਿੰਦੀਆਂ ਵੀ ਉਹ ਕਿੱਥੇ ਖੜਾ। ਤੇ ਹੁਣ ਜਿਵੇਂ ਕਿ ਤੁਸੀਂ ਕਹਿੰਦੇ ਵੀ ਇਦਾਂ ਦੀਆਂ ਲਿਖਤਾਂ ਜਿਹੜੀਆਂ ਆ ਰਹੀਆਂ, ਉਹ ਆਪਣੀਆਂ ਲਿਖਤਾਂ ਰਾਹੀਂ ਜਾਂ ਆਪਣੀਆਂ ਇਹਨਾਂ ਕਰਤੂਤਾਂ ਰਾਹੀਂ ਸਿੱਧ ਕਰ ਰਹੇ ਆ ਕਿ ਉਹ ਬੋਲੀ ਕਿਹਦੀ ਬੋਲ ਰਹੇ ਆ। ਕਿਸੇ ਨੂੰ ਕੋਈ ਕਿਸੇ 'ਚ ਕਿਆ ਹਿੰਮਤ ਆ ਕੋਈ ਕਿਸੇ ਨੂੰ ਬਦਨਾਮ ਕਰ ਦੂਗਾ? ਕਰਤੂਤ ਆਪਣੀ ਨੇ ਬਦਨਾਮ ਕਰਨਾ, ਉਹਨਾਂ ਦੀਆਂ ਆਪਣੀਆਂ ਬਦਨਾਮ ਕਰ ਰਹੀਆਂ। ਸੋ ਇੱਥੇ ਹੀ ਮੈਨੂੰ ਲੱਗਦੀ ਆਪਾਂ ਅੱਜ ਦਾ ਜਿਹੜਾ ਇਹ ਪ੍ਰੋਗਰਾਮ ਇਹਦੀ ਸਮਾਪਤੀ ਕਰਦੇ ਹਾਂ। ਇਸੇ ਤਰੀਕੇ ਦੇ ਨਾਲ ਆਪਾਂ ਇਹਦੇ ਉੱਤੇ ਹੋਰ ਜਿਹੜੇ ਵੱਖੋ ਵੱਖਰੇ ਪਹਿਲੂ ਆਉਣ ਵਾਲੇ ਦਿਨਾਂ ਦੇ ਵਿੱਚ ਆਪਾਂ ਉਹਨਾਂ ਦੇ ਉੱਤੇ ਜਿਹੜੀ ਵਿਚਾਰ ਚਰਚਾ ਉਹ ਜਾਰੀ ਰੱਖਾਂਗੇ ਜੀ। ਇੱਥੇ ਹੀ ਬੋਲਦਿਆਂ ਕੋਲੋਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।